ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ।
ये है पाक पवित्र दसा गुणा दी आत्मा, ये है पाक पवित्र। ये है पाक पवित्र दसा गुणा दी आत्मा, ये है पाक पवित्र दसा गुणा दी आत्मा। जामा गुरु नानक लो, जामा गुरु नानक लो कर गीता तक आया। शब्द श्लोकां दे विच जोत है निरंकार दी, शब्द श्लोकां दे विच जोत है निरंकार दी। बादशाहियां ताई भट्टां ने वडियाया। अल्लाह राम रहीम गुसाई दे परमात्मा, अल्लाह राम रहीम। अल्लाह राम रहीम गुसाई दे परमात्मा, अल्लाह राम रहीम गुसाई दे परमात्मा। इको शक्ति गुज्जा भेजना चाहे बुझाया। ना कोई वैरी नाई बगाना है दे दर उत्ते, ना कोई वैरी नाई बगाना है दे दर उत्ते। होवे बराबर मतदा जावे नारा लाया। सर्व साझा है उपदेश जो वर्णा नू, सर्व साझा है। सर्व साझा है उपदेश जो वर्णा नू, सर्व साझा है उपदेश जो वर्णा नू। संगत पंगत दे विच वाहिगुरू नाम जपाया, संगत पंगत दे विच वाहिगुरू नाम जपाया, संगत पंगत दे विच वाहिगुरू नाम जपाया। वाहिगुरू वाहिगुरू। ਧੁਰ ਕੀ ਬਾਣੀ ਦੇ ਇਸ ਗ੍ਰੰਥ ਅੰਦਰ ਦਸਾਂ ਗੁਰੂਆਂ ਦੀ ਬੋਲਦੀ ਆਤਮਾ ਹੈ। ਧੁਰ ਕੀ ਬਾਣੀ ਦੇ ਇਸ ਗ੍ਰੰਥ ਅੰਦਰ ਦਸਾਂ ਗੁਰੂਆਂ ਦੀ ਬੋਲਦੀ ਆਤਮਾ ਹੈ। ਜੇਕਰ ਅੰਦਰਲੀ ਅੱਖ ਦੇ ਨਾਲ ਤੱਕੀਏ ਦਿਸਦਾ ਇਹਦੇ ਵਿੱਚ ਬੈਠਾ ਪਰਮਾਤਮਾ ਹੈ।
ਦੁਨੀਆ ਉੱਤੇ ਹੈ ਇੱਕੋ ਹੀ ਦਰ ਐਸਾ ਜਿੱਥੇ ਕਿਸੇ ਨੂੰ ਰੋਕ ਨਾ ਟੋਕ ਹੋ। ਦੁਨੀਆ ਉੱਤੇ ਹੈ ਇੱਕੋ ਹੀ ਦਰ ਐਸਾ ਜਿੱਥੇ ਕਿਸੇ ਨੂੰ ਰੋਕ ਨਾ ਟੋਕ ਹੋਵੇ। ਕੋਈ ਜਾਤ ਮਜ਼ਹਬ ਨਾ ਜਾਏ ਪੁੱਛੀ, ਭਾਵੇਂ ਰਾਜਾ ਜਾਂ ਆਮ ਲੋਕ ਹੋਵੇ। ਹਿਰਦੇ ਠੰਡਕ ਮਿਲਦੀ ਉਸ ਆਦਮੀ ਨੂੰ ਜੋ ਵਿਕਾਰਾਂ ਦੀ ਭੱਠੀ 'ਚ ਝੋਕ ਹੋਵੇ। ਮਡਾਲੀ ਸ਼ਰਧਾ ਨਾਲ ਜੋ ਗੁਰੂ ਦੇ ਦਰ ਆਵੇ ਉਹਦਾ ਸੁਖੀ ਲੋਕ ਤੇ ਪਰਲੋਕ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਅੰਦਰ ਆਪ ਜੀ ਸੁਭਾਇਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਅੰਦਰ ਆਉਣ ਵਾਲੇ ਮਨੁੱਖ ਦਾ ਲੋਕ ਵੀ ਸੁਹੇਲਾ, ਪਰਲੋਕ ਵੀ ਸੁਹੇਲਾ। ਜ਼ਿੰਦਗੀ ਦੇ ਬਾਕੀ ਕੀਤੇ ਕੰਮ ਧੰਦੇ ਸੰਤ ਤਾਰਨਗੇ ਨਹੀਂ। ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਗੁਰੂ ਦੇ ਚਰਨਾਂ ਵਿੱਚ ਆਣ ਕੇ ਕੁਝ ਘੜੀਆਂ ਕੁਝ ਪਲ ਜ਼ਿੰਦਗੀ ਦੇ ਬਤੀਤ ਕਰਨੇ ਨੇ ਨਾ, ਉਹਨਾਂ ਸਾਨੂੰ ਕਿਸੇ ਨਾ ਕਿਸੇ ਪਾਰ ਬੰਨੇ ਲਾਉਣਾ ਹੈ। ਸਾਡਾ ਬੇੜਾ ਡੁੱਬਣੋਂ ਜੇਕਰ ਬਚਾਉਣਾ ਹੈ ਤੇ ਆਪਣੇ ਗੁਰੂ ਦੇ ਚਰਨਾਂ ਵਿੱਚ ਬਿਤਾਏ ਹੋਏ ਪਲਾਂ ਦੇ ਕਰਕੇ ਸਾਡਾ ਬੇੜਾ ਡੁੱਬਣੋਂ ਬਚਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗਾ ਸਮਾਂ ਕਿਸੇ ਆਦਿ ਦੇ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦਾ। ਕਿਸੇ ਕਵੀ ਨੇ ਬਹੁਤ ਸੋਹਣਾ ਲਿਖਿਆ, ਉਹ ਕਹਿੰਦਾ ਘੜੀ ਘੜੀ ਵਿੱਚ ਬੜਾ ਹੀ ਫੇਰ ਹੁੰਦਾ, ਹੋਈਆਂ ਜੱਗ ਤੇ ਬੇਸ਼ੁਮਾਰ ਘੜੀਆਂ। ਇੱਕ ਘੜੀ ਵਿਛੋੜ ਦੀ ਸਜਣਾ ਨੂੰ, ਇੱਕ ਘੜੀ ਮਨਾਉਂਦੀ ਏ ਯਾਰ ਘੜੀ। ਇੱਕ ਘੜੀ ਤੋਂ ਗੁੱਟ ਤੇ ਟਾਈਮ ਦੱਸੇ, ਇੱਕ ਮਿੰਟ ਦੀਆਂ ਪਾਸ ਤੁਮਿਆਰ ਘੜੀਆਂ। ਐ ਪਰ ਐਸ ਸੁਰੱਖਣੀ ਘੜੀ ਉਤੋਂ ਵਾਰ ਦਿਆਂ ਮੈਂ ਲੱਖ ਹਜ਼ਾਰ ਘੜੀ। ਜਿਹੜੀ ਘੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਬਤਾਉਣ ਦਾ ਮੌਕਾ ਮਿਲਦਾ ਹੈ ਨਾ, ਸਾਰੀਆਂ ਦੁਨੀਆ ਦੀਆਂ ਘੜੀਆਂ ਇਹ ਤੋਂ ਨਿਸ਼ਾਵਰ ਨੇ। ਸਭ ਤੋਂ ਵੱਡੇ ਭਾਗ ਨੇ ਜਦੋਂ ਮਨੁੱਖ ਗੁਰੂ ਦੇ ਦਰਬਾਰ ਵਿੱਚ ਆਣ ਕੇ ਬਹਿੰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਰਹਿਮਤ ਨਜ਼ਰ ਜਿਹਦੇ ਉੱਤੇ ਉੱਪਰ ਹੋ ਜਾਏ, ਉਹ ਆਪਣੇ ਗੁਰੂ ਦੇ ਦਰਬਾਰ ਵਿੱਚ ਆਉਂਦਾ ਹੈ ਤੇ ਉਸ ਤੋਂ ਵੱਡੀ ਜਦੋਂ ਕਿਰਪਾ ਹੁੰਦੀ ਹੈ ਫਿਰ ਮਨੁੱਖ ਆਪਣੇ ਮੁਖ ਦੇ ਵਿੱਚੋਂ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਫਿਰ ਮਨੁੱਖ ਆਪਣੇ ਮੁਖ ਦੇ ਵਿੱਚੋਂ ਵਾਹਿਗੁਰੂ ਜਪਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਉਣ ਵਾਲੇ ਮਨੁੱਖ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਉਪਦੇਸ਼ ਹੈ। ਜਦੋਂ ਗੁਰੂ ਦਰਬਾਰ ਵਿੱਚ ਆਉਣਾ ਹੈ, ਜਦੋਂ ਤੇ ਗੁਰੂ ਦਰਬਾਰ ਵਿੱਚ ਗੁਰੂ ਦੀ ਗੱਲ ਕਰਨੀ ਹੈ ਤੇ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਉਣੀ ਹੈ। ਉਹਦੇ ਵਿੱਚ 2 ਵਾਰ ਵਾਹਿਗੁਰੂ ਸ਼ਬਦ ਆਉਣਾ ਹੈ। ਉਹ ਫਤਿਹ ਬੁਲਾਏਗਾ, 2 ਵਾਰ ਵਾਹਿਗੁਰੂ ਜਪ ਹੋਏਗਾ, ਫਿਰ ਤੇਰੀ ਹਾਜ਼ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਤੇ ਗੁਰੂ ਦਰਬਾਰ ਦੇ ਵਿੱਚ ਲੱਗਣੀ। ਆਓ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਮੇਰੀ ਬੇਨਤੀ ਹੈ, ਦੋਵੇਂ ਹੱਥ ਜੋੜ ਕੇ ਜਿੰਨੀ ਵੀ ਸੰਗਤ ਬੈਠੀ ਹੋ ਬੜੇ ਪਿਆਰ ਸਹਿਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀਸ ਝੁਕਾਉਣਾ ਹੈ ਤੇ ਫਤਿਹ ਦਾ ਜੋਗ ਪੁੱਤਰ ਦੇ ਕੇ ਦਸਰਾਂ ਨੂੰ ਧੰਨਵਾਦੀ ਬਣਾਉਣਾ ਹੈ। ਆਪਣੇ ਮਨ ਦੀ ਹਾਜ਼ਰੀ ਗੁਰੂ ਦੇ ਦਰਬਾਰ ਤੇ ਲਵਾਈਏ। ਸਾਡਾ ਮਨ ਗੁਰੂ ਚਰਨਾਂ ਵਿੱਚ ਇਕਾਗਰ ਤੇ ਪਵਿੱਤਰ ਹੋ ਜਾਏ। ਬੜੇ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ। ਸਰਦਾਰ ਮਨਜੀਤ ਸਿੰਘ ਜੀ ਰੱਕੜ, ਉਹਨਾਂ ਦੇ ਧਰਮ ਸੁਪਤਨੀ ਬੀਬੀ ਤਲਜਿੰਦਰ ਕੌਰ ਜੀ ਰੱਕੜ, ਇਸ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕੀਤਾ ਹੈ। ਮੈਂ ਪੁੱਛਿਆ ਪ੍ਰੋਗਰਾਮ ਕਾਹਦੇ ਸੰਬੰਧ ਵਿੱਚ ਹੈ? ਕਹਿੰਦੇ ਬਹੁਤ ਸਮਾਂ ਹੋ ਗਿਆ, ਬਾਹਰੋਂ ਆਏ ਵੀ ਕਈ ਵਾਰ ਇੰਗਲੈਂਡ ਤੋਂ, ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਦੇ ਸ਼ੁਕਰੀਆ ਅਦਾ ਧੰਨਵਾਦ ਨਹੀਂ ਕਰੋ ਹੋਇਆ। ਮਹਾਰਾਜ ਦੀ ਬਾਣੀ ਦਾ ਜਾਪ ਨਹੀਂ ਕਰਵਾ ਹੋਇਆ। ਇਸ ਕਰਕੇ ਸਮਾਂ ਮਿਲਿਆ ਹੈ ਬਸ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ, ਸੁਖ ਸ਼ਾਂਤੀ ਔਰ ਸਰਬੱਤ ਦੇ ਭਲੇ ਦੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਉਲਟੇ ਆਸਰਾ ਲੈਣ ਦੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ। ਗੁਰੂ ਘਰ ਦੇ ਵਜ਼ੀਰ ਬਹੁਤ ਸਤਿਕਾਰਯੋਗ ਸਰਦਾਰ ਭਾਈ ਬਲਰਾਜ ਸਿੰਘ ਜੀ, ਉਹਨਾਂ ਨੇ ਬਾਣੀ ਸੁਖਮਨੀ ਸਾਹਿਬ ਦੀ ਪੜ੍ਹੀ। ਉਸ ਤੋਂ ਉਪਰੰਤ ਅਰਦਾਸ ਬੇਨਤੀ ਤੇ ਸਾਧ ਸੰਗਤ ਤੁਸੀਂ ਬੜੇ ਪਿਆਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਅੰਦਰ ਸਰਕਟ ਪਰਿਵਾਰ ਦੇ ਸੁਭਾਗੇ ਸਮੇਂ ਨੂੰ ਹੋਰ ਵੀ ਸੁਭਾਗਾ ਬਣਾਉਣ ਦੇ ਲਈ ਗੁਰੂ ਦਰਬਾਰ ਵਿੱਚ ਆਣ ਕੇ ਜੁੜ ਕੇ ਬੈਠ ਰਹੇ। ਮੈਨੂੰ ਇੱਥੋਂ ਦੇ ਪ੍ਰਬੰਧਕ ਉਹਨਾਂ ਨੇ ਆਖਿਆ ਤੁਸੀਂ ਪ੍ਰੋਗਰਾਮ ਸ਼ੁਰੂ ਕਰੋ। ਮੈਂ ਦੇਖ ਰਿਹਾ ਸੀ ਮੈਂ ਸੰਗਤ ਨਹੀਂ ਦਰਬਾਰ ਵਿੱਚ ਆਈ। ਉਹ ਕਹਿੰਦੇ ਪ੍ਰੋਗਰਾਮ ਸ਼ੁਰੂ ਕਰੋ। ਸਾਡਾ ਇੱਥੇ ਦਾ ਸੁਭਾਅ ਇਹੋ ਜਿਹਾ ਹੈ ਕਿ ਜਦੋਂ ਗੁਰੂ ਦਰਬਾਰ ਵਿੱਚ ਪ੍ਰੋਗਰਾਮ ਦੀ ਆਰੰਭਤਾ ਹੋ ਗਈ ਫਿਰ ਸੰਗਤ ਹੌਲੀ ਹੌਲੀ ਜੁੜਦੀ ਹੈ। ਇਸ ਕਰਕੇ ਅਸੀਂ ਪ੍ਰੋਗਰਾਮ ਦੀ ਆਰੰਭਤਾ ਕੀਤੀ। ਤੁਸੀਂ ਗੁਰੂ ਦਰਬਾਰ ਵਿੱਚ ਆ ਰਹੇ ਹੋ, ਮੇਰੀ ਬੇਨਤੀ ਹੱਥ ਜੋੜ ਕੇ ਜਿਹੜੀ ਸੰਗਤ ਨੇ ਗੁਰੂ ਦਰਬਾਰ ਵਿੱਚ ਹਾਜ਼ਰੀ ਭਰਨੀ ਹੈ ਉਹ ਬੜੇ ਪਿਆਰ ਦੇ ਨਾਲ ਆਣ ਕੇ ਸੁਸ਼ੋਭਿਤ ਹੋਣ ਦੀ ਕਿਰਪਾਲਤਾ ਕਰੋ ਤਾਂ ਕਿ 12:30 ਪੌਣੇ 1 ਵਜੇ ਤੱਕ ਦਾ ਮੈਨੂੰ ਹੁਕਮ ਹੈ ਉਦੋਂ ਤੱਕ ਮੈਂ ਸਮਾਪਤੀ ਕਰਨੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ
ਔਰ ਗੁਰ ਇਤਿਹਾਸ ਦੇ ਵਿੱਚੋਂ ਕੋਈ ਨਾ ਕੋਈ ਲੌਕਿਕ ਪੰਨਾ ਤੁਹਾਡੇ ਸਾਹਮਣੇ ਇਤਿਹਾਸ ਦਾ ਕਹਿਣ ਦਾ ਯਤਨ ਕਰਨਾ ਹੈ ਤੇ ਇਤਿਹਾਸ ਕਹਿ ਕੇ ਤੁਹਾਡੀਆਂ ਖੁਸ਼ੀਆਂ, ਤੁਹਾਡੀਆਂ ਵਡਿਆਈਆਂ ਸਾਧ ਸੰਗਤ ਨੇ ਲੈਣੀਆਂ ਨੇ। ਗੁਰੂ ਕਿਰਪਾ ਕਰੇ, ਸਰਦਾਰ ਜੋਗਾ ਸਿੰਘ ਜੀ ਕਲਾਮ ਨਗਰ ਤੋਂ ਲਾਗੇ ਦੇ ਨਗਰ ਤੋਂ ਪਹੁੰਚੇ ਨੇ। ਉਹਨਾਂ ਨੇ ਹੁਕਮ ਲਾ ਕੇ ਤੁਹਾਡੇ ਦਰਸ਼ਨ ਤੇ ਦੀਦਾਰ ਕਰਵਾਏ ਨੇ, ਸੰਗਤ ਵਿੱਚ ਬੈਠੇ ਨੇ। ਉਹਨਾਂ ਦੀ ਵੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਆਓ ਬੜੇ ਪਿਆਰ ਦੇ ਨਾਲ ਤੁਹਾਡੇ ਸਾਹਮਣੇ ਗੁਰ ਇਤਿਹਾਸ ਦਾ ਇੱਕ ਅਲੌਕਿਕ ਪੰਨਾ ਮੈਂ ਕਹਿਣ ਦਾ ਯਤਨ ਕਰਨਾ ਹੈ। ਸਾਧ ਸੰਗਤ ਧਿਆਨ ਦਿਓ। ਪਹਿਲਾਂ ਮੈਂ ਬੇਨਤੀ ਇਹ ਕਰਦੇ ਹਾਂ, ਇਹ ਸਲੋ ਨਗਰ ਮੈਨੂੰ ਇੱਥੇ ਆਣ ਕੇ ਯਾਦ ਆਇਆ, ਮੇਰੇ ਦਿਮਾਗ ਵਿੱਚ ਘੁੰਮ ਰਿਹਾ ਸੀ ਕਿ ਸਲੋ ਨਗਰ ਦੇ ਨਾਲ ਕੋਈ ਸੰਬੰਧ ਹੈ, ਕਿਉਂਕਿ ਇਤਿਹਾਸ ਨੂੰ ਪੜ੍ਹਦਿਆਂ ਬਹੁਤ ਸਾਰੇ ਪਿੰਡਾਂ ਦਾ ਜ਼ਿਕਰ ਆਉਂਦਾ ਹੈ ਤੇ ਉਹਦੇ ਨਾਲ ਕਈ ਵਾਰ ਕਈ ਪਿੰਡਾਂ ਦਾ ਜ਼ਿਕਰ ਜਿਹੜਾ ਉਹ ਦਿਮਾਗ ਵਿੱਚ ਭੁੱਲ ਜਾਂਦਾ ਹੈ, ਪਰ ਘੁੰਮਦਾ ਰਹਿੰਦਾ ਵੀ ਇਹਦੇ ਨਾਲ ਕੋਈ ਸੰਬੰਧ ਹੈਗਾ ਇਤਿਹਾਸ। ਜਦੋਂ ਮੈਂ ਆਣ ਕੇ ਵੇਖਿਆ ਨਾਲ ਮਸੀਤ, ਗੁਰੂ ਕੀ ਮਸੀਤ, ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼। ਮੈਂ ਭਾਈ ਸਾਹਿਬ ਹੋਣ ਤੋਂ ਬਾਅਦ ਪੁੱਛਿਆ ਵੀ ਮਸੀਤ, ਉਹ ਕਹਿੰਦੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਠਦੇ ਪੀਰ ਬਣ ਕੇ ਮਾਛੀ ਵਾੜਿਓ, ਭਾਈ ਗਨੀ ਖਾਂ, ਭਾਈ ਨਵੀ ਖਾਂ ਦੇ ਨਾਲ ਤੁਰੇ। ਉਸ ਵਕਤ ਜਦੋਂ ਮਹਾਰਾਜ ਜੀ ਤੁਰੇ ਜਾ ਰਹੇ ਸੀ ਤੇ ਰਾਹ ਵਿੱਚ ਫੌਜ ਨੇ ਰੋਕਿਆ ਵੀ ਸ਼ਨਾਖਤ ਕਰਨੀ ਹੈ ਕੌਣ ਜਾ ਰਿਹਾ। ਤੇ ਫਿਰ ਸਲੋਹ ਵਾਲੇ ਕਾਜੀ ਪੀਰ ਸੈਯਦ ਪੀਰ ਮੁਹੰਮਦ ਜੀ, ਉਹਨਾਂ ਨੇ ਜਾ ਕੇ ਕਿਹਾ ਸੀ ਉਹਨਾਂ ਫੌਜਦਾਰਾਂ ਨੂੰ, ਓਏ ਉੱਠਦੇ ਪੀਰ ਬੜੀ ਕਰਨੀ ਵਾਲੇ ਨੇ, ਇਹਨਾਂ ਨੂੰ ਰੋਕ ਕੇ ਰਾਹ ਦਾ ਰੋੜਾ ਨਾ ਬਣੋ, ਤੁਹਾਡੇ ਕਰਮਾਂ ਦੇ ਵਿੱਚ ਰੋੜੇ ਖੜੇ ਹੋ ਜਾਣਗੇ। ਇਹਨਾਂ ਨੂੰ ਰੋਕਣਾ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ, ਇਹ ਸਾਡੇ ਧਰਮ ਦੀ ਤੋਹੀਨ ਹੈ। ਇਹ ਉੱਠਦੇ ਪੀਰ ਬਹੁਤ ਵੱਡੀ ਮਹਾਨਤਾ ਰੱਖਦੇ ਨੇ। ਇਹ ਸਲੋਹ ਦੇ ਪੀਰ ਕਾਜੀ ਪੀਰ ਮੁਹੰਮਦ ਸਾਹਿਬ ਜਿਨ੍ਹਾਂ ਦੀ ਇਹ ਮਸਜਿਦ ਹੈ ਉਸ ਵਕਤ ਦੀ, ਮੈਂ ਦਰਸ਼ਨ ਕਰਕੇ ਆਇਆ, ਮੇਰਾ ਮਨ ਬਾਗੋ ਬਾਗ ਹੋ ਗਿਆ। ਸਿਰ ਝੁਕਦਾ ਇਸ ਨਗਰ ਨੂੰ, ਜਿਸ ਪੀਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸ ਫੌਜ ਦੇ ਸਾਹਮਣੇ ਐਡੀ ਮੁਖਾਤਬ ਕੀਤੀ ਔਰ ਮਹਾਰਾਜ ਜੀ ਨੂੰ ਉੱਚਦੇ ਪੀਰ ਕਹਿ ਕੇ ਉੱਥੋਂ ਅੱਗੇ ਤੋਰਿਆ ਸੀ। ਸਤਿਗੁਰ ਕਿਰਪਾ ਕਰੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਰਹਿਮਤ ਇਸ ਨਗਰ ਤੇ ਇਸੇ ਤਰ੍ਹਾਂ ਬਣੀ ਰਹੀ। ਆਓ ਮੈਂ ਇਸੇ ਤਰ੍ਹਾਂ ਦਾ ਜ਼ਿਕਰ ਕਰਨਾ ਹੈ ਵੀ ਸਾਡੇ ਇਤਿਹਾਸ ਦੇ ਵਿੱਚ ਕਿਸੇ ਧਰਮ ਦਾ ਕਦੇ ਵਿਰੋਧ ਨਹੀਂ ਕੀਤਾ ਗਿਆ। ਸਾਡੇ ਗੁਰੂ ਸਾਹਿਬਾਨਾਂ ਨੇ ਸਾਰਿਆਂ ਦਾ ਸਤਿਕਾਰ ਕਿੰਨਾ ਕੀਤਾ। ਜੇ ਇਹ ਪੀਰ ਕਾਜੀ ਸਾਰਿਆਂ ਨੇ ਮੌਲਵੀਆਂ ਦੇ ਸਾਡੇ ਧਰਮ ਦੇ ਚੰਗੇ ਕਾਰਜ ਕਰਕੇ ਵਿਖਾਏ ਨੇ ਨਾ, ਤੇ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਰੇ ਧਰਮਾਂ ਦਾ ਸਤਿਕਾਰ ਇੱਕ ਬਰੋਬਰ ਰੱਖਿਆ। ਉਹ ਇਤਿਹਾਸ ਮੈਂ ਤੁਹਾਡੇ ਸਾਹਮਣੇ ਕਹਿਣਾ ਹੈ ਤੇ ਇੱਕ ਬੇਨਤੀ ਹੋਰ ਕਰਕੇ ਅੱਗੇ ਤੁਰਨਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਹੈ ਉਹਦੇ ਅੰਦਰ ਜ਼ਿਕਰ ਹੁੰਦਾ ਹੈ, ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ। ਪੁੰਨ ਕਰ ਲੋ, ਦਾਨ ਕਰ ਲੋ, ਜਪ ਕਰ ਲੋ, ਤਪ ਕਰ ਲੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਸਭ ਤੋਂ ਉੱਪਰ ਹੈ ਨਾਮ, ਨਾਮ ਤੋਂ ਉੱਪਰ ਕੁਝ ਨਹੀਂ। ਪੁੰਨ ਦਾਨ ਬੰਦੇ ਨੇ ਕਰਨਾ, ਪਰਉਪਕਾਰ ਕਰਨੇ ਨੇ, ਮਨੁੱਖ ਨੇ ਜਪ ਤਪ ਵੀ ਕਰਨਾ, ਪਰ ਸਭ ਤੋਂ ਉੱਪਰ ਹੈ ਨਾਮ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਇਸ ਤੋਂ ਉੱਪਰ ਕੋਈ ਚੀਜ਼ ਨਹੀਂ। ਸਤਿਗੁਰ ਕਿਰਪਾ ਕਰੇ, ਜਿਹੜਾ ਮਨੁੱਖ ਨਾਮ ਜਪਦਾ ਹੈ, ਜਿਹੜਾ ਮਨੁੱਖ ਆਪਣੇ ਗੁਰੂ ਦੇ ਸਨਮੁਖ ਹੋ ਕੇ ਇਹ ਇੱਕ ਮਨ ਇੱਕ ਜਿੱਤ ਹੋ ਕੇ ਪਵਿੱਤਰ ਬਾਣੀ ਪਿਆਰ ਦੇ ਨਾਲ ਪੜ੍ਹਦਾ ਹੈ, ਮਨ ਟਿਕਾ ਕੇ, ਉਸ ਮਨੁੱਖ ਨੂੰ ਸਾਡਾ ਗੁਰੂ ਕਿਹੋ ਜਿਹੀ ਦਾਤ ਦੇ ਕੇ ਨਵਾਜਦਾ ਹੈ। ਮੈਂ ਇਹ ਪ੍ਰਸੰਗ ਤੁਹਾਡੇ ਸਾਹਮਣੇ ਕਹਿਣਾ। ਹੋ ਸਕਦਾ ਤੁਸੀਂ ਪਹਿਲਾਂ ਸੁਣਿਆ ਹੋਵੇ, ਪਰ ਆਪਣੇ ਵੱਲੋਂ ਮੈਂ ਯਤਨ ਕਰਨਾ ਵੀ ਇੱਕ ਅਲੌਕਿਕ ਪੰਨਾ ਤੁਹਾਡੇ ਸਾਹਮਣੇ ਆਖਾਂ। ਸਾਧ ਸੰਗਤ ਇੱਕ ਪਹਿਲਾਂ ਸਾਰੀ ਸੰਗਤ ਪਿਆਰ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ, ਜਿਨ੍ਹਾਂ ਨੇ ਢਾਡੀ ਸਾਜੇ, ਢਾਡੀ ਪਹਿਲਾਂ ਵੀ ਹੁੰਦੇ ਸੀ, ਪਰ ਪਹਿਲਾਂ ਛੇਵੇਂ ਪਾਤਸ਼ਾਹ ਦਾ ਪਹਿਲਾਂ ਢਾਡੀ ਰਾਜਾ ਦੇ ਦਰਬਾਰ ਵਿੱਚ ਜਾ ਕੇ ਉਹਨਾਂ ਦੀਆਂ ਸਿਫਤਾਂ ਗਾਉਂਦੇ ਸੀ, ਉਹਨਾਂ ਦੇ ਸਾਹਮਣੇ ਖੜੋ ਕੇ ਉਹਨਾਂ ਦੀ ਉਸਤਤ ਕਰਦੇ ਸੀ। ਲੋਕਾਂ ਦੇ ਦਰਾਂ ਨੂੰ ਜਾ ਕੇ ਗਾ ਕੇ ਬੇਲ ਕਰਕੇ ਉਹਨਾਂ ਦੇ ਨਾਮ ਦੇ ਪੈਸੇ ਇਕੱਠੇ ਕਰਦੇ ਸੀ। ਪਰ ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਬਣਵਾਇਆ, ਮੀਰੀ ਪੀਰੀ ਮਾਲਕ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਚੜਾਏ, 2 ਕਿਰਪਾਨਾਂ ਮੀਰੀ ਪੀਰੀ ਦੀਆਂ ਧਾਰਨ ਕੀਤੀਆਂ ਤੇ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਨੇ ਬਾਬਾ ਗੋਬਿੰਦ ਸਾਹਿਬ ਨੂੰ ਕਿਹਾ ਵੀ ਗੁਰੂ ਕੇ ਢਾਡੀ ਲੈ ਕੇ ਆ। ਸੁਰ ਸਿੰਘ ਨਗਰ ਹੈ, ਤਰਨਤਾਰਨ ਨਗਰ ਇਤਿਹਾਸਿਕ ਨਗਰ ਹੈ। ਉੱਥੋਂ ਭਾਈ ਨਾਥਮਲ ਜੀ ਤੇ ਭਾਈ ਅਬਦੁਲ ਖੈਰ, ਇਹ ਦੋਵੇਂ ਸੂਰਮੇ ਗੁਰੂ ਕੇ ਢਾਡੀ ਬਣਾ ਕੇ ਭਾਈ ਬਿਧੀ ਚੰਦ ਸਾਹਿਬ ਹਾਥੀ ਦੇ ਉੱਪਰ ਬਿਰਾਜਮਾਨ ਕਰਕੇ ਲੈ ਕੇ ਆਏ ਸਤਿਕਾਰ ਦੇ ਨਾਲ ਛੇਵੇਂ ਪਾਤਸ਼ਾਹ ਦੇ ਕੋਲ। ਉਹਨਾਂ ਆਣ ਕੇ ਨਮਸਕਾਰ ਕੀਤੀ। ਮਹਾਰਾਜ ਨੇ ਕਿਹਾ ਅੱਜ ਤੋਂ ਤੁਸੀਂ ਗੁਰੂ ਦਰਬਾਰ ਦੇ ਢਾਡੀ ਹੋ, ਤੁਹਾਨੂੰ ਮਾਨ ਸਨਮਾਨ ਦੇਣਾ ਹੈ। ਗੁਰੂ ਦਰਬਾਰ ਵਿੱਚ ਸੂਰਮਿਆਂ ਨੂੰ ਜਗਾਉਣ ਦੇ ਲਈ ਕੋਈ ਵਾਰ ਪੜੋ। ਤੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਪਹਿਲੀ ਵਾਰ
ਢਾਡੀ ਭਾਈ ਨੱਥਮਲ ਤੇ ਆਪਣੇ ਖੈਰ ਨੇ ਵਾਰ ਪੜੀ ਸੀ। ਉਹਨਾਂ ਆਖਿਆ ਸੀ ਦੋ ਤਲਵਾਰੀ ਵਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹ ਕੋਟ ਗੜ ਦਰਵਾਜ਼ਾ ਬਲਖ ਵਕੀਲ ਦੀ, ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾ ਕਰੇ ਤਾਗੀਰ ਦੀ, ਪੱਗ ਤੇਰੀ ਕੀ ਜਹਾਂਗੀਰ। ਉਹਨਾਂ ਕਿਹਾ ਛੇਵੇਂ ਪਾਤਸ਼ਾਹ ਐ ਮੇਰੀ ਪੀਰੀ ਦੇ ਮਾਲਕ ਮਹਾਰਾਜ, ਤੇਰੀ ਪੱਗ ਤੇ ਜਹਾਂਗੀਰ ਦੀ ਪੱਗ ਮਹਾਰਾਜ ਮੁਕਾਬਲਾ ਕੋਈ ਨਹੀਂ। ਤੇਰੀ ਪੱਗ ਦੇ ਸਾਹਮਣੇ ਜਹਾਂਗੀਰ ਦੀ ਪੱਗ ਕੋਈ ਮੈਨੇ ਨਹੀਂ ਰਖਾਉਂਦੀ ਮਹਾਰਾਜ, ਪੱਗ ਤੇਰੀ ਕੀ ਜਹਾਂਗੀਰ। ਜਹਾਂਗੀਰ ਦੀ ਪੱਗ ਕੀ ਹੈ ਮਹਾਰਾਜ ਤੇਰੀ ਪੱਗ ਦੇ ਸਾਹਮਣੇ। ਉਸ ਤੋਂ ਬਾਅਦ ਮਹਾਰਾਜ ਜੀ ਨੇ ਐਲਾਨ ਕੀਤਾ ਤੇ ਚੰਗੇ ਘੋੜੇ, ਚੰਗੇ ਸ਼ਸਤਰ ਤੇ ਨੌਜਵਾਨ ਆਪਣੀਆਂ ਜਵਾਨੀਆਂ ਆਣ ਕੇ ਭੇਟਾ ਕਰੋ ਗੁਰੂ ਦਰਬਾਰ ਦੇ ਵਿੱਚ, ਕਿਉਂਕਿ ਜ਼ੁਲਮ ਨੂੰ ਰੋਕਣਾ ਹੈ, ਜ਼ੁਲਮ ਦੇ ਵਿਰੁੱਧ ਤਲਵਾਰ ਚੁੱਕ ਕੇ ਮੈਦਾਨ ਵਿੱਚ ਆਉਣਾ ਹੈ। ਤੇ ਸਾਧ ਸੰਗਤ ਫਿਰ ਜਵਾਨ ਆਏ, ਖੂਨ ਖੋਲਿਆ, ਉਹਨਾਂ ਨੂੰ ਸ਼ਸਤਰਾਂ ਦੀ ਵਿਦਿਆ ਦਿੱਤੀ ਗਈ, ਘੋੜ ਸਵਾਰੀ, ਨੇਜੇਬਾਜ਼ੀ, ਤੀਰ ਅੰਦਾਜ਼ੀ, ਗੱਤਕਾ, ਭਲੱਥਾ, ਉਹ ਯੁੱਧ ਦੇ ਸਾਰੇ ਕਾਰਨਾਮੇ ਸਿਖਾਏ ਗਏ। ਤੇ ਫਿਰ ਅੰਮ੍ਰਿਤਸਰ ਸਾਹਿਬ ਪਹਿਲਾ ਜੰਗ ਮਹਾਰਾਜ ਦਾ ਹੋਇਆ, ਛੇਵੇਂ ਪਾਤਸ਼ਾਹ। ਇਹ ਸਿੱਖ ਧਰਮ ਦੇ ਅੰਦਰ ਪਹਿਲਾ ਜੰਗ ਹੈ ਜਿਹੜਾ ਮੈਦਾਨ ਵਿੱਚ ਸ਼ਸਤਰਾਂ ਨਾਲ ਲੜਿਆ ਗਿਆ। ਅੰਮ੍ਰਿਤਸਰ ਸਾਹਿਬ ਲੋਹਗੜ੍ਹ ਦੀ ਧਰਤੀ, ਮੁਖਲਿਸ ਖਾਨ ਜਰਨੈਲ ਆਇਆ ਤੇ ਮਹਾਰਾਜ ਨੇ ਮੁਕਾਬਲਾ ਕੀਤਾ। ਪਹਿਲੀ ਜੰਗ ਤੇ ਪਹਿਲੀ ਜੰਗ ਦੇ ਵਿੱਚ ਮਹਾਰਾਜ ਦੀ ਜਿੱਤ ਹੋਈ। ਫਿਰ ਸਾਧ ਸੰਗਤ ਛੇਵੇਂ ਪਾਤਸ਼ਾਹ ਨੇ ਸਿੱਖੀ ਦਾ ਪ੍ਰਚਾਰ ਕਰਨਾ ਦੂਰ ਦੂਰ ਤੱਕ ਆਰੰਭ ਕੀਤਾ। ਦੁਆਬੇ ਦੀ ਧਰਤੀ ਤੇ ਮਹਾਰਾਜ ਜੀ ਆਏ। ਦੁਆਬੇ ਵਿੱਚ ਮਹਾਰਾਜ ਜੀ ਵਿਚਰ ਰਹੇ ਸੀ। ਕੀ ਹੋਇਆ? ਬਰਸਾਤਾਂ ਦੇ ਦਿਨ ਆ ਗਏ। ਆ ਸਾਉਣ ਦਾ ਮਹੀਨਾ ਚੱਲ ਰਿਹਾ ਹੈ, ਪਿੱਛੇ ਬੜੇ ਮੀਂਹ ਪਏ। ਸਾਉਣ ਦਾ ਮਹੀਨਾ ਬਰਸਾਤਾਂ ਵਾਲਾ ਮਹੀਨਾ ਗਿਣਿਆ ਜਾਂਦਾ। ਜਦੋਂ ਬਰਸਾਤਾਂ ਦੇ ਦਿਨ ਆ ਗਏ, ਸਿੰਘਾਂ ਕੋਲ ਘੋੜੇ ਨੇ, ਉਹ ਰੋਜ਼ ਘੋੜਾਂ ਦੀ ਸਵਾਰੀ ਕਰਕੇ ਤੇ ਘੋੜ ਸਵਾਰੀ ਦੀ ਵਿਦਿਆ ਲੈਂਦੇ, ਰੋਜ਼ ਆਪਣੀ ਟ੍ਰੇਨਿੰਗ ਕਰਦੇ। ਤੇ ਸਾਧ ਸੰਗਤ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਸਿੱਖਾਂ ਨੇ ਕਿਹਾ ਮਹਾਰਾਜ ਦਿਨ ਬਰਸਾਤਾਂ ਦੇ ਨੇ, ਇਹ ਇਲਾਕਾ ਜਿਹੜਾ ਹੈ ਇਹ ਆਪਣੀ ਰੋਜ਼ ਟ੍ਰੇਨਿੰਗ ਕਰਨ ਦੇ ਲਈ ਠੀਕ ਨਹੀਂ, ਵਿਦਿਆ ਲੈਣ ਲਈ ਠੀਕ ਨਹੀਂ। ਚੰਗਾ ਹੋਵੇ ਜੇ ਆਪਾਂ ਬਿਆਸ ਦਰਿਆ ਦੇ ਕੰਢੇ ਤੇ ਚੱਲੀਏ, ਉੱਥੇ ਮਹਾਰਾਜ ਪਥਰੀਲੀ ਧਰਤੀ ਹੈ। ਜੇ ਮੀਂਹ ਪਵੇ ਇੱਕਦਮ ਉਹ ਧਰਤੀ ਫਿਰ ਕਰੜੀ, ਉਹਦੇ ਉੱਪਰ ਘੋੜੇ ਬੜੇ ਵਧੀਆ ਦੌੜਦੇ ਮਹਾਰਾਜ, ਉੱਥੇ ਕੋਈ ਦਿੱਕਤ ਨਹੀਂ ਹੋਣੀ, ਆਪਾਂ ਉੱਥੇ ਚੱਲੀਏ। ਲਓ ਜੀ ਮਹਾਰਾਜ ਜੀ ਉੱਥੇ ਆ ਗਏ। ਬਿਆਸ ਦਰਿਆ ਦੇ ਪਰਲੇ ਕੰਢੇ ਨਗਰ ਪੈਂਦਾ ਸ਼੍ਰੀ ਹਰਗੋਬਿੰਦਪੁਰਾ। ਕਦੇ ਜਾਓਗੇ ਤਾਂ ਦਰਸ਼ਨਦਾਰ ਕਰਿਓ। ਗੁਰਦਾਸਪੁਰ ਜ਼ਿਲ੍ਹਾ ਮਾਝੇ ਦਾ। ਸਾਧ ਸੰਗਤ ਉਹ ਹਰਗੋਬਿੰਦਪੁਰੇ ਦਾ ਪਹਿਲਾ ਨਾਮ ਹੁੰਦਾ ਸੀ ਰੋਹਿਲਾ। ਇੱਥੇ ਪੈਦਾ ਹੋਇਆ ਸੀ ਚੰਦੂ ਲਾਲ, ਜਿਹਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕਰਵਾਇਆ ਸੀ। ਉਹਦਾ ਇਹ ਨਗਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥੀਂ ਸਿੱਖਾਂ ਕੋਲੋਂ ਢਵਾਇਆ ਸੀ। ਤੇ ਚੰਦੂ ਨੂੰ ਗ੍ਰਿਫਤਾਰ ਕਰ ਉਹਦੇ ਨੱਕ ਵਿੱਚ ਨਕੇਲ ਪਾ ਕੇ ਨਾ ਉਹਨੂੰ ਉਹਦੀ ਕਰਨੀ ਦਾ ਸਬਕ ਸਿਖਾਇਆ ਸੀ, ਉਹਨੂੰ ਮਾਰਿਆ ਸੀ। ਇਹ ਰੋਹਿਲਾ ਪਿੰਡ ਥੇ ਬਣ ਗਿਆ ਤੇ ਫਿਰ ਇਸੇ ਥੇ ਦੇ ਉੱਪਰ ਨਵਾਂ ਨਗਰ ਆਬਾਦ ਕੀਤਾ ਗਿਆ। ਉਹਦਾ ਨਾਮ ਰੱਖਿਆ ਗਿਆ ਹਰਗੋਬਿੰਦਪੁਰਾ, ਸ਼੍ਰੀ ਹਰਗੋਬਿੰਦਪੁਰਾ। ਲਿਖਿਆ ਵੀ ਇਤਿਹਾਸ ਵਿੱਚ ਆਉਂਦਾ ਵੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੋਬਿੰਦਪੁਰਾ, ਇਸ ਨਗਰ ਦਾ ਨਾਮ ਗੋਬਿੰਦਪੁਰਾ ਵੀ ਆਉਂਦਾ ਹੈ, ਹਰਗੋਬਿੰਦਪੁਰਾ ਵੀ ਆਉਂਦਾ ਹੈ, ਤੇ ਰੋਹਿਲਾ ਵੀ ਆਉਂਦਾ ਹੈ। ਅੱਜ ਕੱਲ ਸ਼੍ਰੀ ਹਰਗੋਬਿੰਦਪੁਰਾ ਨਾਮ ਜਿਹੜਾ ਉਹ ਲੈ ਕੇ ਪੁਕਾਰਿਆ ਜਾਂਦਾ ਹੈ। ਇੱਥੇ ਛੇਵੇਂ ਪਾਤਸ਼ਾਹ ਮਹਾਰਾਜ ਦਾ ਪਵਿੱਤਰ ਸਥਾਨ ਬਣਿਆ ਹੋਇਆ। ਮੈਂ ਬੇਨਤੀ ਕਰ ਰਿਹਾ ਸੀ, ਇਤਿਹਾਸ ਵਿੱਚ ਜ਼ਿਕਰ ਆਉਂਦਾ ਪੰਜਵੇਂ ਪਾਤਸ਼ਾਹ ਨੇ ਇੱਥੇ ਜ਼ਮੀਨ ਲਈ ਸੀ, ਮੁੱਲ ਖਰੀਦੀ ਸੀ, ਪਰ ਚੰਦੂ ਨੇ ਧੋਖੇ ਦੇ ਨਾਲ ਇਹ ਜ਼ਮੀਨ, ਕਿਉਂਕਿ ਸਰਕਾਰੀ ਅਫਸਰ ਸੀ, ਦਿੱਲੀ ਵਿੱਚ ਕੇਂਦਰੀ ਮੰਤਰੀ ਸੀ, ਉਹਨੇ ਧੋਖੇ ਦੇ ਨਾਲ ਇਹ ਜ਼ਮੀਨ ਆਪਣੇ ਰਿਸ਼ਤੇਦਾਰ ਭਗਵਾਨ ਦਾਸ ਘੇਰੜ ਉਹਦੇ ਨਾਮ ਕਰਵਾ ਦਿੱਤੀ ਸੀ। ਫਿਰ ਹੋਇਆ ਕਿ ਚੰਦੂ ਤੇ ਮਾਰਿਆ ਗਿਆ। ਹੁਣ ਛੇਵੇਂ ਪਾਤਸ਼ਾਹ ਆਪਣੇ ਪਿਤਾ ਦੀ ਖਰੀਦੀ ਹੋਈ ਜ਼ਮੀਨ ਵਿੱਚ ਜਾ ਕੇ ਡੇਰੇ ਲਾ ਕੇ ਬਾਹਰ ਤੰਬੂ ਲਾ ਲਿਆ ਮਹਾਰਾਜ ਨੇ। ਤੇ ਜਦੋਂ ਭਗਵਾਨ ਦਾਸ ਘੇਰੜ ਨੂੰ ਪਤਾ ਲੱਗਾ ਕਿ ਛੇਵੇਂ ਪਾਤਸ਼ਾਹ ਨੇ ਆਣ ਕੇ ਤੰਬੂ ਲਾ ਲਿਆ, ਫੌਜਾਂ ਲੈ ਕੇ ਨਾਲ ਆਇਆ, ਘੋੜੇ ਲੈ ਕੇ ਆਇਆ ਹੈ, ਉਹ ਕਬਜ਼ਾ ਨਾ ਕਰ ਲੈ, ਜ਼ਮੀਨ ਮੇਰੀ ਹੈ। ਆ ਗਿਆ ਮਹਾਰਾਜ ਦੇ ਕੋਲ, ਜ਼ਮੀਨ ਖਾਲੀ ਕਰ ਦਿਓ, ਨਹੀਂ ਤੇ ਮੈਨੂੰ ਕਰਵਾਉਣੀ ਆਉਂਦੀ ਹੈ, ਇਹ ਜ਼ਮੀਨ ਮੇਰੀ ਹੈ, ਮਾਲਕ ਅਸੀਂ ਆ। ਮਹਾਰਾਜ ਕਹਿਣ ਲੱਗੇ ਉਹ ਭਗਵਾਨ ਦਾਸ, ਇਹ ਜਿਹੜੀਆਂ ਤੂੰ ਬਹਾਦਰੀ ਨੇ ਟਾਰਾ ਮਾਰਦਾ ਨਾ ਕਿਤੇ ਹੋਰ ਜਾ ਕੇ ਮਾਰੀ,
ਇਹ ਜ਼ਮੀਨ ਤੇਰੀ ਨਹੀਂ, ਇਹ ਸਾਡੀ ਹੈ, ਇਹ ਸਾਡੇ ਪਿਤਾ ਨੇ ਖਰੀਦੀ ਹੈ। ਲਓ ਜੀ ਭਗਵਾਨ ਦਾਸ ਚੱਲੇਗਾ ਗੁੱਸੇ ਹੋ ਕੇ, ਦੂਜੀ ਦਿਨ ਫਿਰ ਆ ਗਿਆ, 3-4 ਬੰਦੇ ਨਾਲ ਲੈ, ਉਹ ਤੁਸੀਂ ਗਏ ਨਹੀਂ। ਛੇਵੇਂ ਪਾਤਸ਼ਾਹ ਕਹਿੰਦੇ ਕਿ ਜਾਈਏ ਕਿਉਂ, ਇਹ ਜ਼ਮੀਨ ਸਾਡੀ ਹੈ, ਜਿੰਨਾ ਚਿਰ ਮਰਜ਼ੀ ਰਹੀ ਅਸੀਂ ਆਪਣੇ ਤੰਬੂ ਲਾਏ ਨੇ। ਕਹਿਣ ਲੱਗਾ ਫਿਰ ਕੱਲ ਤੱਕ ਆਪਣੇ ਤੰਬੂ ਨਾ ਪੱਟੇ, ਫਿਰ ਤੁਹਾਨੂੰ ਮੈਂ ਦੱਸੂ ਭਗਵਾਨ ਦਾਸ ਕਿਰਨ ਚੀਜ਼ ਕੀ ਹੈ। ਅਗਲਾ ਦਿਨ ਹੋਇਆ, ਇਹ ਦਰਬਾਰ ਵਿੱਚ ਆਇਆ, ਸਾਧ ਸੰਗਤ ਗੱਲ ਨੂੰ ਨੇੜੇ ਕਰਾਂ, ਮੇਰਾ ਕਰਨ ਨਹੀਂ, ਮੈਂ ਸਿਰਫ ਭੂਮਿਕਾ ਤੁਹਾਡੇ ਸਾਹਮਣੇ ਰੱਖ ਰਿਹਾ ਵੀ ਹਰਗੋਬਿੰਦਪੁਰ ਨਗਰ ਦੀ ਭੂਮਿਕਾ ਕੀ ਹੈ। ਛੇਵੇਂ ਪਾਤਸ਼ਾਹ ਦੇ ਸਾਹਮਣੇ ਆਇਆ, 20-25 ਧਾਰਮਿਕ ਚੋਰ ਇਕੱਠੇ ਕਰਕੇ ਲੈ ਕੇ ਆਇਆ। ਕਹਿੰਦਾ ਤੁਸੀਂ ਜ਼ਮੀਨ ਖਾਲੀ ਨਹੀਂ ਕਰਦੇ। ਮਹਾਰਾਜ ਕਹਿੰਦੇ ਨਹੀਂ। ਕਹਿੰਦਾ ਤੁਸੀਂ ਸਾਰੇ ਚੋਰ ਹੋ, ਤੁਹਾਡਾ ਗੁਰੂ ਨਾਨਕ ਵੱਡਾ ਚੋਰ, ਤੁਸੀਂ ਉਹਦੀ ਗੱਦੀ ਦੇ ਮਾਲਕ ਉਸ ਤੋਂ ਵੀ ਵੱਡੇ ਚੋਰ। ਜਦੋਂ ਇੰਨੀ ਗੱਲ ਇਹਨੇ ਕਹੀ ਨਾ, ਤੇ ਭਾਈ ਬਿਰੀ ਚੰਦ ਸਾਹਿਬ ਗੁਰੂ ਕੇ ਮਹਾਨ ਸਿੱਖਾਂ ਕੋਲੋਂ ਰਿਹਾ ਨਾ ਗਿਆ, ਉਹ ਕਹਿੰਦੇ ਮਹਾਰਾਜ ਜੇ ਸਾਨੂੰ ਕੁਝ ਕਹਿੰਦਾ ਅਸੀਂ ਸਹਿ ਲੈਂਦੇ, ਪਰ ਇਹਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਮਾੜਾ ਬੋਲਿਆ, ਹੁਣ ਇਹਨੂੰ ਆਪਾਂ ਛੱਡਣਾ ਨਹੀਂ, ਕੀਤੇ ਦੀ ਸਜ਼ਾ ਤੇ ਦੇਣੀ ਹੈ। ਭਾਈ ਬਿਰੀ ਚੰਦ ਸਾਹਿਬ ਨੇ ਉਹਨੂੰ ਫੜਿਆ, ਫੜ ਕੇ ਆਪਣੇ ਗੋਡੇ ਥੱਲੇ ਧੌਣ ਦੇ ਕੇ ਨਾ ਉਹਦੇ ਉਹ ਘਸੁੰਨ ਮਾਰੇ, ਉਹ ਘਸੁੰਨ ਮਾਰੇ, ਪਤਾ ਹੀ ਨਹੀਂ ਲੱਗਿਆ ਉਹ ਪਾਪੀ ਕਦੋਂ ਨਰਕਾਂ ਨੂੰ ਤੁਰ ਗਿਆ, ਉਹ ਮਾਰਿਆ ਗਿਆ। ਸਿੱਖਾਂ ਨੇ ਕੀ ਕੀਤਾ, ਉਹਦਾ ਸਾਰਾ ਸਿਰ ਚੁੱਕ ਕੇ ਨਾ ਬਿਆਸ ਦਰਿਆ ਲਾਗੇ ਸੀ, ਚੱਕ ਕੇ ਦਰਿਆ ਵਿੱਚ ਮਾਰਿਆ। ਇਹਦੇ ਪੁੱਤ ਰਤਨ ਚੰਦ ਨੂੰ ਪਤਾ ਲੱਗਾ ਮੇਰੇ ਪਿਤਾ ਨੂੰ ਛੇਵੇਂ ਪਾਤਸ਼ਾਹ ਨੇ ਪਰਵਾ ਦਿੱਤਾ। ਉਹ ਗਿਆ ਜਲੰਧਰ ਸੂਬੇਦਾਰ ਦੇ ਕੋਲ, ਸੂਬੇਦਾਰ ਸਾਹਿਬ ਅੱਜ ਮੇਰਾ ਪਿਤਾ ਮਾਰਿਆ, ਕੱਲ ਨੂੰ ਤੁਹਾਡੇ ਤੇ ਚੜਾਈ ਕਰਕੇ ਆਊਗਾ ਗੁਰੂ ਹਰਗੋਬਿੰਦ, ਚਲੋ ਜਾ ਕੇ ਬਦਲਾ ਲਈਏ। ਉਹ ਬੁੱਲਾ ਖਾਨ ਫੌਜਦਾਰ ਨਾਲ ਸਰਕਾਰੀ ਫੌਜਾਂ ਨਾਲ ਚੰਦੂ ਦਾ ਪੁੱਤਰ ਕਰਮਚੰਦ, ਭਗਵਾਨ ਦਾਸ ਘੇਰੜ ਦਾ ਪੁੱਤਰ ਰਤਨ ਚੰਦ, ਸਾਰੇ ਇਕੱਠੇ ਹੋ ਕੇ ਫੌਜਾਂ ਲੈ ਕੇ ਆ ਗਏ। ਮੁੱਕਦੀ ਗੱਲ, ਹਰਗੋਬਿੰਦਪੁਰੇ ਮਹਾਰਾਜ ਦੇ ਮਹਾਨ ਸਿੱਖ ਲੜੇ ਤੇ ਇਸੇ ਧਰਤੀ ਤੇ ਛੇਵੇਂ ਪਾਤਸ਼ਾਹ ਮਹਾਰਾਜ ਦਾ ਦੂਜਾ ਜੰਗ ਹਰਗੋਬਿੰਦਪੁਰੇ ਦੀ ਧਰਤੀ ਤੇ ਹੋਇਆ। 4 ਦਿਨ ਇਹ ਜੰਗ ਮਹਾਰਾਜ ਦਾ ਚੱਲਿਆ। ਸੱਚੇ ਪਾਤਸ਼ਾਹ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਜੰਗ ਹੈ। 4 ਦਿਨ ਚੱਲਿਆ ਇਹ ਜੰਗ। ਹਰਗੋਬਿੰਦਪੁਰੇ ਜਿੱਤ ਪ੍ਰਾਪਤ ਹੋਈ ਮਹਾਰਾਜ ਜੀ ਨੂੰ। ਸੱਚੇ ਪਾਤਸ਼ਾਹ ਜਿਹੜੇ ਸਿੱਖ ਸ਼ਹੀਦ ਹੋਏ ਉਹਨਾਂ ਨੂੰ ਮਹਾਰਾਜ ਜੀ ਨੇ ਅੰਤਮ ਸੰਸਕਾਰ ਕੀਤਾ ਬੜੇ ਪਿਆਰ ਦੇ ਨਾਲ ਆਪਣੇ ਹੱਥੀਂ, ਤੇ ਜਿਹੜੇ ਸਿੱਖ ਫੱਟੜ ਹੋ ਗਏ ਉਹਨਾਂ ਦਾ ਮਹਾਰਾਜ ਜੀ ਹੱਥੀਂ ਇਲਾਜ ਕਰ ਰਹੇ ਆ, ਦੇਖਭਾਲ ਕਰ ਰਹੇ ਆ। ਇਸੇ ਧਰਤੀ ਤੇ ਮਹਾਰਾਜ ਜੀ ਨੇ ਮੰਦਿਰ ਬਣਵਾਏ। ਅੱਜ ਜਾਓ ਕਦੇ ਹਰਗੋਬਿੰਦਪੁਰੇ, ਤੁਹਾਨੂੰ ਤੇ ਪੁਰਾਤਨ ਮੰਦਿਰ ਮਿਲਣਗੇ। ਮੰਦਿਰ ਬਣਵਾਏ ਹਿੰਦੂਆਂ ਵਾਸਤੇ। ਤੇ ਇਸੇ ਧਰਤੀ ਤੇ ਛੇਵੇਂ ਪਾਤਸ਼ਾਹ ਨੇ ਮਸਜਿਦ ਵੀ ਬਣਵਾਈ। ਆ ਉਸੇ ਗੱਲ ਤੇ ਮੈਂ ਆਗਾ ਜਿੱਥੋਂ ਆਰੰਭਤਾ ਕੀਤੀ ਵੀ ਸਾਡੇ ਗੁਰੂ ਸਾਹਿਬਾਨਾਂ ਨੇ ਸਾਰੇ ਧਰਮ ਬਰੋਬਰ ਸਤਿਕਾਰ ਦਿੱਤਾ ਹੈ। ਮੰਦਿਰ ਵੀ ਬਣਵਾਏ ਤੇ ਮਸਜਿਦਾਂ ਵੀ ਬਣਵਾਈਆਂ। ਸੱਚੇ ਪਾਤਸ਼ਾਹ ਨੇ ਕਿਹਾ ਸਾਡੀ ਫੌਜ ਦੇ ਵਿੱਚ ਹਿੰਦੂ ਵੀ ਨੇ ਤੇ ਮੁਸਲਮਾਨ ਵੀ ਨੇ। ਸਾਰਿਆਂ ਨੇ ਆਪੋ ਆਪਣੇ ਧਾਰਮਿਕ ਸਥਾਨ ਨੂੰ ਮੰਨਣਾ ਹੈ, ਸਾਰਿਆਂ ਨੇ ਆਪੋ ਆਪਣੀ ਪੂਜਾ ਕਰਨੀ ਹੈ। ਇਸ ਕਰਕੇ ਸਾਰਿਆਂ ਦੇ ਧਾਰਮਿਕ ਸਥਾਨ ਹੋਣੇ ਚਾਹੀਦੇ ਨੇ। ਅੱਜ ਵੀ ਉਹ ਮਸਜਿਦ ਮੌਜੂਦ ਹੈ, ਗੁਰੂ ਕੀ ਮਸਜਿਦ ਨੂੰ ਕਿਹਾ ਜਾਂਦਾ ਹੈ। ਹਰਗੋਬਿੰਦਪੁਰ ਦੀ ਧਰਤੀ, ਉੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੈ। ਜਿਹੜੀ ਮੈਂ ਬੇਨਤੀ ਕਰਨ ਲੱਗਿਆ, ਛੇਵੇਂ ਪਾਤਸ਼ਾਹ ਨੇ ਜੰਗ ਲੜਿਆ, ਜੰਗ ਦੀ ਸਮਾਪਤੀ ਹੋਈ ਤੇ ਮਹਾਰਾਜ ਦਾ ਜੰਗ ਵਿੱਚ ਘੋੜਾ ਸ਼ਹੀਦ ਹੋ ਗਿਆ। ਸਿੱਖਾਂ ਦੇ ਘੋੜੇ ਵੀ ਸ਼ਹੀਦ ਹੋਏ। ਮਹਾਰਾਜ ਨੇ ਚੰਗੇ ਚੰਗੇ ਘੋੜੇ ਮੁੱਲ ਖਰੀਦ ਕੇ ਆਪਣੇ ਸਿੱਖਾਂ ਨੂੰ ਦੇ ਦਿੱਤੇ। ਤੇ ਹੁਣ ਸਿੱਖਾਂ ਨੇ ਕਿਹਾ ਵੀ ਸਾਨੂੰ ਤਾਂ ਘੋੜੇ ਮਹਾਰਾਜ ਨੇ ਲੈ ਦਿੱਤੇ, ਪਰ ਮਹਾਰਾਜ ਦਾ ਆਪਣਾ ਘੋੜਾ ਵੀ ਸ਼ਹੀਦ ਹੋ ਗਿਆ। ਬੜਾ ਵਡਮੁੱਲਾ ਘੋੜਾ, ਬੜਾ ਕੀਮਤੀ, ਤੇ ਮਹਾਰਾਜ ਨੂੰ ਘੋੜਾ ਲੈ ਕੇ ਗਏ। ਉਹ ਸਿੱਖ ਘੋੜਾ ਲੱਭਣ ਲੱਗੇ ਕੋਈ ਚੰਗਾ ਕੀਮਤੀ ਘੋੜਾ ਮਿਲ ਜਾਏ, ਪਰ ਸੱਚੇ ਪਾਤਸ਼ਾਹ ਨੇ ਕਾਬਲ ਕੋਈ ਸੁੰਦਰ ਘੋੜਾ ਨਹੀਂ ਮਿਲਿਆ, ਕੋਈ ਵਡਮੁੱਲਾ ਘੋੜਾ ਨਜ਼ਰ ਨਹੀਂ ਪਿਆ। ਹੋਇਆ ਕੀ, ਛੇਵੇਂ ਪਾਤਸ਼ਾਹ ਦਾ ਇੱਕ ਸਿੱਖ ਭਾਈ ਸੁਭਾਗਾ, ਉਹ ਬੜਾ ਅਮੀਰ ਵਪਾਰੀ ਹੈ। ਉਹਨੇ 5 ਅਰਬੀ ਘੋੜੇ ਖਰੀਦੇ। 5 ਅਰਬੀ ਘੋੜੇ, ਅਰਬੀ ਘੋੜੇ ਬਹੁਤ ਚੰਗੀ ਨਸਲ ਦੇ ਘੋੜੇ ਨੇ। ਇਹਨਾਂ ਘੋੜਿਆਂ ਦੀ ਕੀਮਤ ਉਸ ਵਕਤ ਲੱਖਾਂ ਵਿੱਚ ਸੀ। 5 ਘੋੜੇ ਤੇ ਉਹਨਾਂ 5 ਦੇ ਉੱਪਰ ਕੀਮਤੀ ਸੋਨੇ ਵਾਲੀਆਂ ਕਾਠੀਆਂ ਪਾ ਕੇ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੋਏ। ਕਹਿੰਦਾ ਪਾਤਸ਼ਾਹ ਤੇਰੇ ਚਰਨਾਂ ਵਿੱਚ ਬੇਨਤੀ ਹੈ ਵੀ ਤੇਰਾ ਨਿਮਾਣਾ ਸਿੱਖ ਆ ਘੋੜਿਆਂ ਦੀ ਭੇਡਾਂ ਲੈ ਕੇ ਆਇਆ ਹੈ, ਕਿਰਪਾ ਕਰੋ ਆਪਣੇ ਦਰਬਾਰ ਚ ਪ੍ਰਵਾਨ ਕਰੋ। ਜਿਹੜਾ ਸਿੱਖ ਸ਼ਸਤਰ ਤੇ ਘੋੜੇ ਲੈ ਕੇ ਆਉਂਦਾ ਸੀ ਨਾ,
ਛੇਵੇਂ ਪਾਤਸ਼ਾਹ ਮਹਾਰਾਜ ਉੱਤੇ ਬਹੁਤ ਖੁਸ਼ ਤੇ ਪ੍ਰਸੰਨ ਹੁੰਦੇ ਸੀ, ਬੜੀਆਂ ਖੁਸ਼ੀਆਂ ਦਿੰਦੇ ਸੀ। 5 ਘੋੜੇ ਲੈ ਕੇ ਆਇਆ, ਮਹਾਰਾਜ ਜੀ ਖੁਸ਼ ਹੋ ਗਏ, ਕਹਿੰਦੇ ਸਿੱਖਾਂ ਨਿਹਾਲ ਹੋ ਗਏ। ਤੇ ਮਹਾਰਾਜ ਨੇ ਇੱਕ ਘੋੜਾ ਬਹੁਤ ਕੀਮਤੀ ਆਪਣੇ ਵਾਸਤੇ ਰੱਖ ਲਿਆ, ਇੱਕ ਘੋੜਾ ਬਾਬਾ ਬਿਧੀਚਰ ਸਾਹਿਬ ਨੂੰ ਦੇ ਦਿੱਤਾ, ਇੱਕ ਘੋੜਾ ਬਾਬਾ ਗੁਰਦਿੱਤਾ ਸਾਹਿਬ ਨੂੰ, ਇੱਕ ਘੋੜਾ ਜਰਨੈਲ ਪੈਨੇ ਖਾਨ ਨੂੰ ਦੇ ਦਿੱਤਾ, ਤੇ 5ਵਾਂ ਘੋੜਾ ਬਚ ਗਿਆ। ਉਹ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਵੀ ਤਬੇਲੇ ਵਿੱਚ ਲੈ ਜਾਓ, ਕਾਠੀ ਪਾ ਕੇ ਇਹਦੀ ਸੇਵਾ ਪਾਣੀ ਕਰੋ, ਤਬੇਲੇ ਵਿੱਚ ਰੱਖਦੇ ਜਿੱਥੇ ਲੋੜ ਪੈਗੀ ਨਾ ਉਦੋਂ ਅਸੀਂ ਵਰਤਾਂਗੇ, ਉਦੋਂ ਇਹਨੂੰ ਬਾਹਰ ਕੱਢਾਂਗੇ। ਲਓ ਜੀ, ਛੇਵੇਂ ਪਾਤਸ਼ਾਹ ਮਹਾਰਾਜ ਦਾ ਜੰਗ ਵੀ ਸਮਾਪਤ ਹੋ ਗਿਆ, ਘੋੜੀ ਵੀ ਆ ਗਏ। ਹੁਣ ਮਹਾਰਾਜ ਨਿਤ ਦੀ ਤਰ੍ਹਾਂ ਨਿਤਨੇਮ ਕਰਦੇ ਨੇ। ਅੰਮ੍ਰਿਤ ਵੇਲਾ ਹੋਇਆ, ਸਿੱਖ ਸੰਗਤਾਂ ਦੂਰ ਦਰਾਡਿਓਂ ਨੇੜਿਓਂ ਚੱਲ ਕੇ ਆਈਆਂ, ਗੁਰੂ ਦਾ ਦਰਬਾਰ ਸਜਿਆ। ਸੰਗਤ ਜਿਵੇਂ ਤੁਸੀਂ ਬੈਠੇ ਹੋ, ਤੁਹਾਡੇ ਵਾਂਗ ਸਾਹਮਣੇ ਬੈਠੀ ਹੈ। ਪਹਿਲਾਂ ਕੀਰਤਨ ਹੋਇਆ, ਗੁਰਬਾਣੀ ਪੜ੍ਹੀ ਗਈ ਤੰਤੀ ਸਾਜ਼ਾਂ ਦੇ ਨਾਲ। ਉਸ ਤੋਂ ਉਪਰੰਤ ਛੇਵੇਂ ਪਾਤਸ਼ਾਹ ਮਹਾਰਾਜ ਨਿਤ ਦੀ ਤਰ੍ਹਾਂ ਸੰਗਤ ਨੂੰ ਖਾਤਮ ਹੋਏ, ਗੁਰਬਾਣੀ ਦੀ ਕਥਾ ਕਰਨ ਲੱਗੇ। ਜੀਵਨ ਕਿਵੇਂ ਜਿਉਣਾ, ਜੀਵਨ ਜਾਚ ਕਿਵੇਂ ਲੈਣੀ ਹੈ, ਜੀਵਨ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ, ਉਹ ਗੁਰਬਾਣੀ ਪੜ੍ਹ ਕੇ ਦੱਸਣ ਲੱਗੇ। ਅਸਲ ਵਿੱਚ ਸਾਡੇ 10 ਪਾਤਸ਼ਾਹੀਆਂ ਹੋਈਆਂ ਨਾ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ। ਉਹਨਾਂ 10 ਪਾਤਸ਼ਾਹੀਆਂ ਵਿੱਚੋਂ 6 ਪਾਤਸ਼ਾਹਾਂ ਨੇ ਬਾਣੀ ਰਚੀ ਤੇ 4 ਗੁਰੂ ਸਾਹਿਬਾਨਾਂ ਨੇ ਬਾਣੀ ਨਹੀਂ ਰਚੀ। ਉਹਨਾਂ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਵੀ ਨੇ, ਜਿਨ੍ਹਾਂ ਦੀ ਆਪਣੀ ਕੋਈ ਬਾਣੀ ਨਹੀਂ। ਪਰ ਜਿਹੜਾ ਮੈਂ ਤੁਹਾਡੇ ਸਾਹਮਣੇ ਇਤਿਹਾਸ ਕਹਿਣ ਲੱਗਿਆ, ਇਹਦੇ ਵਿੱਚੋਂ ਪਤਾ ਲੱਗਦਾ ਹੈ ਕਿ 6ਵੇਂ ਪਾਤਸ਼ਾਹ ਨੇ ਆਪ ਬਾਣੀ ਭਾਵੇਂ ਨਹੀਂ ਰਚੀ, ਪਰ ਮਹਾਰਾਜ ਨੇ ਬਾਣੀ ਦਾ ਸਤਿਕਾਰ ਕਿੰਨਾ ਵੱਡਾ ਕੀਤਾ, ਕਿੰਨਾ ਬਾਣੀ ਦਾ ਸਤਿਕਾਰ ਕੀਤਾ, ਇਹਦੇ ਵਿੱਚੋਂ ਸਿੱਖਣ ਨੂੰ ਮਿਲਦਾ ਹੈ। ਮਹਾਰਾਜ ਜੀ ਬੈਠੇ ਆ, ਗੁਰਬਾਣੀ ਦੀ ਕਥਾ ਕਰ ਰਹੇ ਆ ਤੇ ਆਪਣੀ ਮੌਜ ਵਿੱਚ ਆ ਗਏ। ਪਾਤਸ਼ਾਹ ਮੌਜ ਵਿੱਚ ਆਏ, ਸੰਤਾਂ ਨੂੰ ਸੰਬੋਧਨ ਹੋਏ, ਕਹਿਣ ਲੱਗੇ ਸੰਗਤ ਜੀ, ਗੁਰਬਾਣੀ ਬਹੁਤ ਵੱਡੀ ਮਹਾਨਤਾ ਰੱਖਦੀ ਹੈ। ਤੇ ਗੁਰੂ ਨਾਨਕ ਸਾਹਿਬ ਦੀ ਪਹਿਲੀ ਬਾਣੀ ਜਪ ਨਾਮ ਦੀ ਬਾਣੀ, ਜਿਹਨੂੰ ਅਸੀਂ ਜਪਜੀ ਸਾਹਿਬ ਕਹਿੰਦੇ ਆ, ਉਸ ਬਾਣੀ ਦਾ ਜਾਪ ਸਾਨੂੰ ਕੋ ਸਿੱਖ ਆਪਣੇ ਮੁਖ ਦੇ ਵਿੱਚੋਂ ਕਰਕੇ ਵਿਖਾਏ। ਲਓ ਗੱਲ ਕਰਦਾ ਬਖਸ਼ਿਸ਼ ਕਰੋ। ਕੰਪਾ ਤੁਹਾਡੇ ਸਾਹਮਣੇ ਢਾਡੀ ਸਿੰਘ ਕਹਿਣ ਲੱਗੇ ਆ, 6ਵੇਂ ਪਾਤਸ਼ਾਹ ਮਹਾਰਾਜ ਹਰਗੋਬਿੰਦਪੁਰੇ ਦਰਬਾਰ ਸਜਾ ਕੇ ਬੈਠੇ ਨੇ, ਸਿੰਘਾਸਨ ਤੇ ਬੈਠਾ ਮੇਰੀ ਪੀਰੀ ਦਾ ਮਾਲਕ। ਸੰਗਤਾਂ ਨੂੰ ਸੰਬੋਧਨ ਹੋ ਕੇ ਮਹਾਰਾਜ ਜੀ ਆਪਣੇ ਮੁਖ ਦੇ ਵਿੱਚੋਂ ਮੁਖਾਰਬਿੰਦ ਵਿੱਚੋਂ ਕੀ ਕਹਿ ਰਹੇ ਨੇ, ਉਹਨਾਂ ਦੇ ਢਾਡੀ ਸੁਖਵਿੰਦਰ ਸਿੰਘ ਮਢਾਲੀ ਦਾ ਜਥਾ ਕੁਝ
महिमा है इस विच बेशुमार। एक मेरा सारी संगत गुरु ग्रंथ साहिब महाराज के चरणों में शीश झुकाओ ते आखो सतनाम श्री वाहिगुरू। तुसी बड़े प्यार नाल बैठ के अपने सतगुरों का पावन इतिहास श्रवण कर रहे हो। जिथे आप ये इतिहास श्रवण कर रहे हो जिथे माया रूप अंदर बहुत सारा मान सत्कार भेज रहे हो। सरदार मनजीत सिंह जी का समूह परिवार बहुत सारा मान सत्कार भेज रहा है। गुरु ग्रंथ साहिब महाराज के चरणों में अरदास है पातशाह चढ़दी कला ते हर मैदान फतेह बख्शिश कर। जिन्हें मैं बेनती कर रहा था गुरु हरगोबिंद महाराज जी सिंहासन पे बैठा छेवां पातशाह ते महाराज संगतां नूं संबोधन हो रहा है। संगत जी जेड़ा मनुख बाणी पढ़दा है उस मनुख दा मन साफ स्वच्छ निर्मल हो जाता है। ਉਹਦੇ ਅੰਦਰ ਵਿਕਾਰ ਮਰ ਜਾਂਦੇ ਨੇ। ਤੇ ਜਿਹੜਾ ਮਨੁੱਖ ਬਾਣੀ ਪੜਦਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਿਰਪਾ ਉਹਦੇ ਤੇ ਬਹੁਤ ਹੁੰਦੀ। ਤੇ ਸੱਚੇ ਪਾਤਸ਼ਾਹ ਮੌਜ ਵਿੱਚ ਆਏ ਮਹਾਰਾਜ ਜੀ ਕਹਿਣ ਲੱਗੇ ਗੁਰੂ ਦਾ ਸਿੱਖ ਕੋਈ ਉੱਠੇ ਤੇ ਉੱਠ ਕੇ ਸਾਨੂੰ ਵੱਡੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਜਪਜੀ ਸਾਹਿਬ ਉਹ ਪੜ੍ਹ ਕੇ ਸੁਣਾਵੇ। ਤੇ ਨਾਲ ਮਹਾਰਾਜ ਜੀ ਕਹਿੰਦੇ ਬਾਣੀ ਪੜ੍ਹਨੀ ਹੈ ਸ਼ੁੱਧ ਪਵਿੱਤਰ ਤੇ ਪੜ੍ਹਨੀ ਮਨ ਲਾ ਕੇ ਮਨ ਨੂੰ ਟਿਕਾ ਕੇ ਮਨ ਦੀ ਹਿਲਜੁਲ ਨਹੀਂ ਹੋਣੀ ਚਾਹੀਦੀ ਤੇ ਪੜ੍ਹਨੀ ਵੀ ਉੱਚੀ ਆਵਾਜ਼ ਵਿੱਚ ਹੈ ਸੰਗਤਾਂ ਨੂੰ ਸੁਣਾ ਕੇ। ਹੁਣ ਜਦੋਂ ਮਹਾਰਾਜ ਜੀ ਨੇ ਸੰਗਤ ਵਿੱਚ ਇਹ ਮੰਗ ਰੱਖੀ ਹੁਣ ਕਿਹੜਾ ਸਿੱਖ ਇਹ ਨਹੀਂ ਜਲਦੀ ਕਹਿੰਦਾ ਮਹਾਰਾਜ ਜੀ ਮੈਂ ਸੁਣਾਵਾਂ। ਛੇਵੇਂ ਪਾਤਸ਼ਾਹ ਮਹਾਰਾਜ ਜੀ ਦੁਨੀਆ ਦੇ ਮਾਲਕ ਨੇ ਉਹ ਦੁਨੀਆ ਦੇ ਪ੍ਰਤਿਪਾਲਕ ਨੇ। ਤੇ ਸੱਚੇ ਪਾਤਸ਼ਾਹ ਦੇ ਮਹਾਰਾਜ ਦੇ ਸਾਹਮਣੇ ਕਿਸੇ ਸਿੱਖ ਦੀ ਹਿੰਮਤ ਨਹੀਂ ਪੈਂਦੀ ਇੱਕਦਮ ਕਹਿ ਦਿਆ ਮਹਾਰਾਜ ਦੀ ਬਾਣੀ ਮੈਂ ਪੜ੍ਹ ਕੇ ਸੁਣਾਉਣਾ ਨਹੀਂ। ਤੇ ਹੁਣ ਸਿੱਖ ਸਾਰੇ ਇੱਕ ਦੂਜੇ ਵੱਲ ਵੇਖ ਰਹੇ ਕਿ ਕੌਣ ਪੜ੍ਹ ਕੇ ਸੁਣਾਉ ਬਾਣੀ। ਪੜ੍ਹਨੀ ਵੀ ਸ਼ੁੱਧ ਹੈ ਪੜ੍ਹਨੀ ਵੀ ਮਨ ਲਾ ਕੇ ਆਏ ਤੇ ਮਹਾਰਾਜ ਦੇ ਸਾਹਮਣੇ ਕੋਈ ਗਲਤੀ ਨਾ ਹੋ ਜਾਏ। ਤੇ ਸਾਧ ਸੰਗਤ ਇੱਕ ਸਿੱਖ ਸਤਿਗੁਰਾਂ ਦਾ ਉੱਠਿਆ ਉਹਦਾ ਇਤਿਹਾਸਿਕ ਨਾਮ ਆਉਂਦਾ ਭਾਈ ਗੋਪਾਲਾ। ਕਈ ਇਤਿਹਾਸਕਾਰ ਭਾਈ ਗੋਪਾਲਾ ਸੇਠ ਕਰਕੇ ਲਿਖਦੇ। ਜਿੱਥੋਂ ਤੱਕ ਮੈਂ ਪੜ੍ਹਿਆ ਮੈਨੂੰ ਪਤਾ ਲੱਗਿਆ ਕਿ ਭਾਈ ਗੋਪਾਲਾ ਜੀ ਬਹੁਤ ਤਕੜੇ ਕਾਰੋਬਾਰੀ ਸਨ ਅਮੀਰ ਸਨ ਆਰਥਿਕਤਾ ਤੌਰ ਤੇ। ਪਰ ਵੇਖੋ ਗੁਰੂ ਦੇ ਨਾਲ ਪਿਆਰ ਆਪਣੇ ਘਰ ਦਾ ਕਾਰੋਬਾਰ ਸੁੱਖ ਆਰਾਮ ਛੱਡ ਕੇ ਨਾ ਪੈਸੇ ਦਾ ਤੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਨਿਭਾਉਂਦੇ। ਇਤਿਹਾਸ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਬਹੁਤ ਨਿਕਟਵਰਤੀ ਸਿੱਖਾਂ ਵਿੱਚੋਂ ਹੈ ਭਾਈ ਗੋਪਾਲਾ। ਇਹਨੇ ਪੰਜਵੇਂ ਪਾਤਸ਼ਾਹ ਦੀ ਸੰਗਤ ਮਾਣੀ ਹੈ। ਤੇ ਸਾਧ ਸੰਗਤ ਇਹ ਸਿੱਖ ਕੱਲਾ ਬਾਣੀ ਨਾਲ ਹੀ ਪਿਆਰ ਨਹੀਂ ਰੱਖਦਾ ਇਹ ਸੂਰਮਾ ਵੀ ਬਹੁਤ ਵੱਡਾ ਹੈ ਇਹ ਬਲਵਾਨ ਵੀ ਬਹੁਤ ਵੱਡਾ ਹੈ। ਜਿਹੜਾ ਪਹਿਲਾ ਜੰਗ ਮਹਾਰਾਜ ਦਾ ਹੋਇਆ ਅੰਮ੍ਰਿਤਸਰ ਉਸ ਜੰਗ ਦੇ ਅੰਦਰ ਅੱਗੇ ਵੱਧ ਕੇ ਸੂਰਮੇ ਨੇ ਤੇਗਾ ਮਾਰ ਗਿਆ ਦੁਸ਼ਮਣ ਦੇ ਆਹੂ ਲਾਏ। ਮਹਾਰਾਜ ਤੋਂ ਬੜੇ ਪ੍ਰਸੰਨ ਹੋਏ। ਦੂਜੇ ਜੰਗ ਵਿੱਚ ਵੀ ਹਰਗੋਬਿੰਦਪੁਰੇ ਲੜਿਆ। ਹੁਣ ਹਰਗੋਬਿੰਦਪੁਰੇ ਦੀ ਧਰਤੀ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਦੀ ਸੰਗਤ ਵਿੱਚ ਉੱਠ ਕੇ ਖਲੋ ਗਿਆ। ਇਹ ਭਾਈ ਗੋਪਾਲਾ ਹੱਥ ਜੋੜੇ ਆ ਗਿਆ ਮਹਾਰਾਜ ਦੇ ਸਾਹਮਣੇ ਗਲ ਵਿੱਚ ਪੱਲਾ ਪਾਇਆ। ਕਹਿੰਦਾ ਪਾਤਸ਼ਾਹ ਤੁਹਾਡਾ ਨਿਮਾਣਾ ਸਿੱਖ ਯਤਨ ਕਰੇਗਾ ਮਹਾਰਾਜ ਜੀ ਤੁਹਾਨੂੰ ਬਾਣੀ ਪੜ੍ਹ ਕੇ ਸੁਣਾਵੇ। ਬਸ ਆਪ ਦੀ ਕਿਰਪਾ ਕਰੋ ਵੀ ਆਪਣੇ ਸਿੱਖ ਦੀ ਕੰਧ ਤੇ ਥਾਪੜਾ ਦੇ ਦਿਓ। ਜੇ ਤੁਹਾਡੀ ਕਿਰਪਾ ਹੋਈ ਤੇ ਮਹਾਰਾਜ ਦੀ ਬਾਣੀ ਪੜ੍ਹ ਕੇ ਸੁਣਾਵਾਂ। ਸਾਧ ਸੰਗਤ ਤੁਸੀਂ ਗੁਰੂ ਨੂੰ ਪਿਆਰ ਕਰਨ ਵਾਲੇ ਬੈਠੇ ਹੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 470 ਅੰਗ ਹੈ। ਆਸਾ ਰਾਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅਸੀਂ ਰੋਜ਼ ਗੁਰੂ ਘਰਾਂ ਤੋਂ ਵੱਡੇ ਗੁਰੂ ਘਰਾਂ ਤੋਂ ਰੋਜ਼ ਆਸਾ ਕੀ ਬਾਰ ਦਾ ਕੀਰਤਨ ਹੁੰਦਾ ਨਾ ਟੈਲੀਵਿਜ਼ਨ ਤੇ ਲਾਈਵ ਟੈਲੀਕਾਸਟ ਅਸੀਂ ਸੁਣਦੇ ਆ। ਉਦੋਂ ਜ਼ਿਕਰ ਆਉਂਦਾ ਹੈ ਸਿੰਬਲ ਰੁਖ ਸਾਰ ਆਇਰਾ ਅਤ ਦੀਰਘ ਅਤ ਮੋਚ ਉਹਨੇ ਨੇ ਆਵੇ ਆਸ ਕਰ ਜਾਹਿਰ ਰਾਸਾ ਕੀਤ। ਹੁਣ ਦਾ ਅਰਥ ਭਾਵ ਸਮਝੋ। ਜਿਹੜੇ ਤੇ ਸਿਆਣੇ ਨੇ ਉਹਨਾਂ ਨੇ ਵੇਖਿਆ ਹੋਣਾ ਸਿੰਬਲ ਦਾ ਰੁਖ। ਮੈਂ ਖੁਦ ਵੀ ਵੇਖਿਆ ਜਿੱਥੇ ਜ਼ਿਆਦਾ ਦਰਖਤ ਜੰਗਲ ਬਿਆਬਾਨ ਹੋਵੇ ਨਾ ਉੱਥੇ ਜ਼ਿਆਦਾਤਰ ਵੇਖਣ ਨੂੰ ਮਿਲਦਾ ਸਿੰਬਲ ਦਾ ਰੁਖ। ਸਿੰਬਲ ਦੇ ਰੁਖ ਦੇ 3-4 ਬਹੁਤ ਵੱਡੇ ਗੁਣ ਨੇ ਗੁਰਬਾਣੀ ਵਿੱਚ ਜ਼ਿਕਰ ਆਇਆ। ਸਿੰਬਲ ਰੁਖ ਸਰਾਇਰਾ। ਸਰਾਇਰਾ ਦਾ ਮਤਲਬ ਸਿੰਬਲ ਦਾ ਰੁਖ ਸਿੱਧਾ ਬਹੁਤ ਸਿੱਧਾ ਜਾਂਦਾ ਹੈ। ਅਤ ਦੀਰਘ ਅਤ ਮੁੱਚ। ਦੀਰਘ ਤੋਂ ਭਾਵ ਉਹ ਰੁਖ ਦੀ ਲੰਬਾਈ ਬਹੁਤ ਹੈ ਬਹੁਤ ਉੱਚਾ ਹੋ ਜਾਂਦਾ ਹੈ ਤੇ ਉਸ ਰੁਖ ਦੀ ਮੋਟਾਈ ਵੀ ਬਹੁਤ ਹੈ। ਇਹ ਉਹਦੇ ਗੁਣ ਨੇ। ਕਦੇ ਉਸ ਰੁਖ ਦੇ ਲਾਗੇ ਜਾ ਕੇ ਵੇਖਿਓ ਉਹ ਬਿਲਕੁਲ ਸਿੱਧਾ ਲੰਬਾ ਤੇ ਗੋਲ ਹੁੰਦਾ ਹੈ। ਤੇ ਸਾਧ ਸੰਗਤ
ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਿੰਬਲ ਰੂਪ ਸਰਾਇਰਾ ਅਤ ਦੀਰਘ ਅਤ ਮੁਝ ਉਹੀ ਦੇ ਆਵੇ ਆਸ ਕਰ ਜਾਹੇ ਨਰਾਸਾ ਕਿਤ। ਇਹ ਸਵਾਲ ਰੱਖਿਆ ਮਹਾਰਾਜ ਗੁਰਬਾਣੀ ਨੇ ਵੀ ਜੇ ਕੋਈ ਬੰਦਾ ਭਾਵ ਕੇ ਕੋਈ ਜੀਵ ਕੋਈ ਪੰਛੀ ਉੜ ਕੇ ਦੂਰੋਂ ਵੇਖ ਕੇ ਆਉਂਦਾ ਹੈ ਵੀ ਚਲੋ ਉਸ ਰੁੱਖ ਤੇ ਜਾ ਕੇ ਬਹਿਨੇ ਆ, ਉਸ ਰੁੱਖ ਤੋਂ ਕੁਝ ਖਾਣ ਨੂੰ ਮਿਲਣਾ ਹੈ, ਪੇਟ ਭਰਾਂਗੇ ਢਿੱਡ ਭਰਾਂਗੇ, ਉਹਨੂੰ ਫੁੱਲ ਵੀ ਲੱਗਿਆ ਤੇ ਫਲ ਵੀ ਲੱਗਿਆ ਤੇ ਪੰਛੀ ਉੱਡ ਕੇ ਆ ਜਾਂਦਾ। ਉਹੀ ਨੇ ਆਵੇ ਆਸ ਕਰ ਚਾਹੇ ਤਰਾਸੇ ਕਿਤ। ਇਹ ਸਵਾਲ ਹੈ ਵੀ ਜੇ ਕੋਈ ਆਸ ਰੱਖ ਕੇ ਪੰਛੀ ਆਉਂਦਾ ਹੈ ਤੇ ਫਿਰ ਨਿਰਾਸ਼ ਹੋ ਕੇ ਕਿਉਂ ਉੱਡਦਾ ਹੈ। ਅਗਲੀ ਪੰਕਤੀ ਵਿੱਚ ਮਹਾਰਾਜ ਜੀ ਕਹਿੰਦੇ ਫਲ ਵਿਕੇ ਫੁੱਲ ਬੱਕ ਬੱਕੇ ਕੰਮ ਨਾ ਆਦਾ ਪੰਤ। ਉਹਦੇ ਫਲ ਫਿੱਕੇ ਨੇ, ਉਹਦੇ ਫੁੱਲ ਵੀ ਬੱਕ ਬੱਕੇ ਨੇ, ਉਹਨਾਂ ਵਿੱਚ ਸਵਾਦ ਕੋਈ ਨਹੀਂ, ਪੰਛੀ ਉਹਨੂੰ ਖਾਂਦੇ ਨਹੀਂ, ਉਹਦੀ ਪੱਤ ਵੀ ਖਾਣ ਦੇ ਕਾਬਿਲ ਨਹੀਂ। ਤੇ ਮਹਾਰਾਜ ਦੀ ਬਾਣੀ ਕਹਿੰਦੀ ਮਿੱਠਤ ਨੀਵੀ ਨਾਨਕਾ ਗੁਣ ਜਗਿਆ ਜਾਂਦਾ। ਇਸ ਕਰਕੇ ਜਿਹੜਾ ਬੰਦਾ ਨੀਵਾ ਰਹਿੰਦਾ ਹੈ ਨਾ, ਨੀਵਾ ਝੁਕੇ ਮਨੋਂ ਝੁਕੇ ਰਹਿੰਦਾ, ਉਹਦੇ ਵਿੱਚ ਬਹੁਤ ਗੁਣ ਮਹਾਰਾਜ ਜੀ ਪੈਦਾ ਕਰਦੇ। ਕਿਸੇ ਕਵੀ ਨੇ ਕਿਹਾ ਇੱਥੇ ਮੈਂ ਦੇ ਮੂੰਹ ਤੇ ਪੈਂਦੀਆਂ ਨੇ ਤਾਂ ਉਹ ਗੁਰੂ ਨੂੰ ਸੀਸ ਝੁਕਾਈ ਨਾਲੇ। ਜੋ ਕੁਝ ਮੰਗੀਏ ਇੱਥੋਂ ਮਿਲ ਜਾਂਦਾ, ਜੇ ਨੀਵੇਂ ਰਹੀਏ ਤਾਂ ਉੱਚੇ ਅਖਵਾਈ ਜਾਏ। ਇਹ ਉਹ ਦਰਬਾਰ ਹੈ। ਜੇ ਤੇ ਕੋਈ ਆਕੜ ਨਾ ਆ ਜਾਵੇ ਨਾ ਸਿਰ ਤੋਂ ਹੱਟਾਂ ਨੂੰ ਚੱਕ ਕੇ ਭੇਕਣ ਦੇ ਨਾਲ, ਫਿਰ ਮਹਾਰਾਜ ਜੀ ਉਹਨੂੰ ਇੱਥੋਂ ਕੁਝ ਨਹੀਂ ਦਿੰਦੇ, ਉਹ ਖਾਲੀ ਮੁੜ ਜਾਂਦਾ। ਆਕੜੀਆਂ ਹੋਈਆਂ ਧੌਣਾ ਇੱਥੇ ਝੁਕਾਈਆਂ ਜਾਂਦੀਆਂ ਨੇ ਤੇ ਜਿਹੜਾ ਨਿਮਰਤਾ ਦੇ ਨਾਲ ਧੌਣ ਝੁਕਾ ਕੇ ਆਉਂਦਾ ਨਾ ਮਹਾਰਾਜ ਦੇ ਦਰਬਾਰ ਅੰਦਰ, ਫਿਰ ਪਾਤਸ਼ਾਹ ਮਹਾਰਾਜ ਜੀ ਇੰਨੀਆਂ ਬਰਕਤਾਂ ਇੰਨੀਆਂ ਦੌਲਤਾਂ ਦਿੰਦੇ ਆ ਕਿ ਬੰਦਾ ਗਿਣਦਾ ਥੱਕ ਜਾਂਦਾ, ਉਹਦੇ ਕੋਲੋਂ ਦੌਲਤਾਂ ਗਿਣਨੀ ਹੁੰਦੀ। ਇਹ ਉਹ ਦਰਬਾਰ। ਹੁਣ ਭਾਈ ਗੋਪਾਲੇ ਦੀ ਮਨ ਦੀ ਅਵਸਥਾ ਇਹੋ ਜਿਹੀ, ਮੈਂ ਜ਼ਿਕਰ ਤਾਂ ਕੀਤਾ ਵੀ ਸਿੱਖ ਦੇ ਮਨ ਦੀ ਅਵਸਥਾ ਇਹੋ ਜਿਹੀ ਹੋਵੇ। ਜੇ ਹੁੰਦਾ ਸਾਡੇ ਵਰਗਾ ਸਿੱਖ ਹੁੰਦੇ, ਉਹਨੇ ਭੱਜ ਕੇ ਜਾ ਕੇ ਕਹਿਣਾ ਸੀ ਮਹਾਰਾਜ ਇਹ ਕਿਹੜੀ ਗੱਲ ਆ, ਜਪਜੀ ਸਾਹਿਬ ਤੇ ਜਦ ਸਾਨੂੰ ਜਵਾਨੀ ਕੰਠਿਆ ਮਹਾਰਾਜ ਅਸੀਂ 1 ਮਿੰਟ ਲਾਉਣਾ, ਤੁਹਾਨੂੰ ਜਪਜੀ ਸਾਹਿਬ 5-7-10 ਮਿੰਟਾਂ ਵਿੱਚ ਸਾਰਾ ਪੜ੍ਹ ਕੇ ਸੁਣਾ ਦਿਆਂਗੇ। ਅੱਜ ਦਾ ਸਿੱਖ ਤੇ ਕਰਦਾ ਵੀ ਇਦਾਂ ਹੀ ਹੈ ਨਾ। ਅੱਜ ਦਾ ਸਿੱਖ ਮਾਫ ਕਰਿਓ, ਮੈਂ ਵੀ ਤੁਹਾਡੇ ਵਿੱਚ ਹੈ। ਅੱਜ ਦਾ ਸਿੱਖ ਜਪਜੀ ਸਾਹਿਬ ਪੜ੍ਹਦਾ ਜ਼ਰੂਰ ਹੈ, ਪਰ ਉਹ ਕਹਿੰਦਾ ਵੀ ਘੱਟ ਤੋਂ ਘੱਟ ਜਾਂ 6 ਮਿੰਟ ਲੱਗਣ ਤੇ ਜਾਂ 7 ਮਿੰਟ, ਇਸ ਤੋਂ ਬਾਅਦ ਜਪਜੀ ਸਾਹਿਬ ਨੂੰ ਟਾਈਮ ਨਾ ਲੱਗੇ। ਉਹ ਪੜ੍ਹਦਾ ਜ਼ਰੂਰ ਹੈ, ਪਰ ਉਹਦੇ ਮਨ ਵਿੱਚ ਇਹ ਭਾਵਨਾ ਬਣ ਗਈ ਵੀ ਪੜ੍ਹਦਾ 6 ਜਾਂ 7 ਮਿੰਟਾਂ ਵਿੱਚ 10 ਮਿੰਟ ਜਾਂ 12 ਮਿੰਟ ਲੱਗ ਗਏ ਤੇ ਫਿਰ ਉਹ ਕਹੇਗਾ ਵੀ ਜਪਜੀ ਸਾਹਿਬ ਨੂੰ ਟਾਈਮ ਜ਼ਿਆਦਾ ਲੱਗਾ। ਇਸ ਕਰਕੇ ਟਾਈਮ ਲੱਗਣਾ ਨਹੀਂ ਚਾਹੀਦਾ। ਮਾਫ ਕਰਿਓ, ਇਹ ਭਾਵਨਾ ਵਾਲੇ ਗੁਰਸਿੱਖ ਜਿਹੜੇ ਨੇ ਨਾ, ਇਹਨਾਂ ਨੇ ਗੁਰੂ ਦੀਆਂ ਖੁਸ਼ੀਆਂ ਲਈਆਂ ਨੇ। ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਬੇਨਤੀ ਕੀਤੀ ਮਹਾਰਾਜ ਤੁਹਾਡੀ ਕਿਰਪਾ ਹੋਵੇ ਨਾ ਤੇ ਮੈਂ ਬਾਣੀ ਪੜ੍ਹ ਕੇ ਸੁਣਾਉਂਗਾ, ਤੁਸੀਂ ਰਹਿਮਤ ਰੱਖਿਓ, ਮਹਾਰਾਜ ਤੁਹਾਡਾ ਥਾਪੜਾ ਹੋਣਾ ਚਾਹੀਦਾ। ਹੁਣ ਮਹਾਰਾਜ ਗੁਰਬਾਣੀ ਦਾ ਸਤਿਕਾਰ ਕਿੰਨਾ ਕਰਦੇ ਆ। ਸੱਚੇ ਪਾਤਸ਼ਾਹ ਨੇ ਕਿਹਾ ਭਾਈ ਗੋਪਾਲਾ ਜੀ ਆਪਣੇ ਹੱਥ ਤੇ ਆਪਣੇ ਪੈਰ ਸੁੱਜੇ ਕਰਕੇ ਆਓ। ਲਓ ਜੀ, ਜਦ ਦੇ ਨਾਲ ਹੱਥ ਤੇ ਪੈਰ ਸੁੱਜੇ ਕਰਕੇ ਭਾਈ ਗੋਪਾਲਾ ਆ ਗਿਆ। ਮਹਾਰਾਜ ਜੀ ਨੇ ਆਪਣੇ ਸਿੰਘਾਸਣ ਤੇ ਆਪਣੇ ਬਰੋਬਰ ਭਾਈ ਗੋਪਾਲਾ ਜੀ ਨੂੰ ਬਿਠਾਇਆ। ਇਹ ਨਹੀਂ ਤੇ ਸਿੱਖਿਆ ਤਾਂ ਨੀਵੀਂ ਜਗ੍ਹਾ ਤੇ ਨਹੀਂ, ਗੁਰਬਾਣੀ ਪੜ੍ਹ ਕੇ ਸੁਣਾਉਣੀ ਸਿੱਖਦੇ ਤੇ ਮਹਾਰਾਜ ਨੇ ਸਤਿਕਾਰ ਕਰਨਾ ਬਾਣੀ ਦਾ। ਮਹਾਰਾਜ ਨੇ ਆਪਣੇ ਸਿੰਘਾਸਣ ਤੇ ਆਪਣੇ ਬਰੋਬਰ ਭਾਈ ਗੋਪਾਲਾ ਨੂੰ ਬਿਠਾਇਆ। ਸੱਜੇ ਪਾਤਸ਼ਾਹ ਕਹਿਣ ਲੱਗੇ ਲਓ ਭਾਈ ਸਾਹਿਬ ਹੁਣ ਬਾਣੀ ਪੜ੍ਹ ਕੇ ਸਾਨੂੰ ਕਰਵਾਓ। ਸੰਗਤ ਨੂੰ ਉੱਚੀ ਆਵਾਜ਼ ਦੇ ਵਿੱਚ ਤੇ ਮਨ ਚ ਲਾ ਕੇ ਬਾਣੀ ਪੜ੍ਹਨੀ ਹੈ। ਭਾਈ ਗੋਪਾਲਾ ਜੀ ਅੱਖਾਂ ਬੰਦ ਕਰਕੇ ਸਾਧ ਸੰਗਤ ਚੌਕੜਾ ਲਾ ਕੇ ਆਪਣੇ ਸਤਿਗੁਰਾਂ ਦਾ ਧਿਆਨ ਮਨ ਵਿੱਚ ਧਾਰ ਕੇ ਮਿੱਠੀ ਤੇ ਪਿਆਰੀ ਆਵਾਜ਼ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੋਂ ਆਰੰਭ ਹੁੰਦੀ ਹੈ, ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਤੇ ਸਾਸਨ ਤੋਂ ਬਾਣੀ ਪੜ੍ਹ ਕੇ ਸੁਣਾਉਣੀ ਸ਼ੁਰੂ ਕਰਦਾ ਹੈ। ਬਾਣੀ ਜਿਵੇਂ ਗੁਰੂ ਦਾ ਸਿੱਖ ਪੜ੍ਹ ਰਿਹਾ ਹੈ, ਬਾਣੀ ਅੰਦਰ ਕਿਹੋ ਜਿਹੀ ਮਿਠਾਸ ਬਣੀ ਹੋਈ ਹੈ, ਉੱਥੇ ਸੰਗਤ ਦਾ ਕਿਹੋ ਜਿਹਾ ਮਾਹੌਲ ਬਣਿਆ ਹੋਇਆ ਹੈ, ਉਹ ਸਾਰੀ ਕਵਿਤਾ ਤੁਹਾਡੀ ਜਗਿਆਲ ਸਿੰਘ ਜੋਬਨ, ਤੁਹਾਡੀ ਗੁਰਜੀਤ ਸਿੰਘ ਭੰਡਾਰੀ, ਸਰੰਗੀ ਮਾਸਟਰ ਸਰਬਜੀਤ ਸਿੰਘ ਨੰਗਲ ਖੁਰਦ ਮਾਲਪੁਰ ਤੁਹਾਡੇ ਸਾਹਮਣੇ ਕੁਝ ਹੈ ਇਉਂ
ਹੈ ਸਤਿਗੁਰਾਂ ਨੂੰ ਭੌਂਦਾ, ਸੁਖਵਿੰਦਰ ਮਢਾਲੀ ਗੁਰਸਿੱਖਾਂ ਨੂੰ ਹੈ ਸੀਸ ਝੁਕਾਉਂਦਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਪੀਰੀ ਪੀਰੀ ਦੇ ਮਾਲਕ ਸਤਿਗੁਰੂ ਸੰਘਾਸਣ ਤੇ ਆਪਣੇ ਨਾਲ ਸੁਭਾਇਮਾਨ ਕਰਦੇ ਭਾਈ ਗੋਪਾਲਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੀ ਹੋਈ ਜਪਜੀ ਸਾਹਿਬ ਦੀ ਬਾਣੀ ਮੂਲ ਮੰਤਰ ਤੋਂ ਲੈ ਕੇ ਉਚਾਰਨ ਕਰਨਾ ਸ਼ੁਰੂ ਕਰਦਾ ਹੈ ਭਾਈ ਗੋਪਾਲਾ। ਨੇਤਰ ਬੰਦ ਨੇ, ਮਨ ਜੁੜਿਆ ਹੋਇਆ ਹੈ ਇਕਾਗਰਤਾ ਦੇ ਨਾਲ, ਮਿੱਠੀ ਸੁਰ ਦੇ ਨਾਲ ਤੇ ਪਵਿੱਤਰ ਬਾਣੀ ਭਾਈ ਗੋਪਾਲਾ ਜੀ ਪੜ ਰਹੇ ਨੇ। ਸਾਧ ਸੰਗਤ ਦੀ ਗੱਲ ਚੇਤੇ ਵਿੱਚ ਰੱਖਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬਾਣੀ ਹੈ, ਇਸ ਬਾਣੀ ਦੇ ਅੰਦਰ ਬਹੁਤ ਵੱਡਾ ਵਿਆਕਰਨ ਛੋਟਿਆ ਹੋਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਯਤਨ ਕਰੇ, ਜਿਹਦੇ ਕੋਲ ਸਮਾਂ ਹੈਗਾ, ਵੈਸੇ ਤਾਂ ਸਮਾਂ ਕੱਢਣਾ ਚਾਹੀਦਾ। ਜਿਹੜਾ ਬਾਣੀ ਪੜ੍ਹਦਾ ਨਾ ਮਹਾਰਾਜ ਜੀ, ਉਹਨੂੰ ਯਤਨ ਕਰਨਾ ਚਾਹੀਦਾ ਕਿ ਬਾਣੀ ਸੰਖਿਆ ਕਰਕੇ ਸ਼ੁੱਧ ਪੜ੍ਹੇ, ਕਿਉਂਕਿ ਸ਼ੁੱਧ ਬਾਣੀ ਪੜਾਂਗੇ ਸਤਿਗੁਰ ਦੀ ਹੋਰ ਵੀ ਕਿਰਪਾ ਹੋਵੇਗੀ, ਹੌਲੀ ਹੌਲੀ ਸ਼ੁੱਧ ਹੋ ਜਾਂਦੀ ਬਾਣੀ। ਤੇ ਜਿਹੜੇ ਲਗਾਖਰ ਜਿਹੜੀਆਂ ਲਗਾ ਮਾਤਰਾ ਲੱਗੀਆਂ ਨੇ ਮਹਾਰਾਜ ਦੇ ਸ਼ਬਦਾਂ ਨੂੰ, ਅੱਖਰਾਂ ਨੂੰ, ਤੇ ਕਿੱਥੇ ਵਿਸ਼ਰਾਮ ਦੇਣਾ ਹੈ, ਵਿਸ਼ਰਾਮ ਦੇ ਕੇ ਕਿੱਥੋਂ ਰੁਕਣਾ ਹੈ ਤੇ ਕਿੱਥੋਂ ਚੱਲਣਾ ਹੈ, ਇਹ ਜਦੋਂ ਸੱਚਾ ਮਨੁੱਖ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨਾ ਤੇ ਸਹਿਜੇ ਸਹਿਜੇ ਮਨੁੱਖ ਨੂੰ ਇਹ ਪਵਿੱਤਰ ਸ਼ੁੱਧ ਬਾਣੀ ਪੜ੍ਹਨੀ ਆ ਜਾਂਦੀ। ਵੈਸੇ ਤਾਂ ਕੋਈ ਏਡਾ ਸਾਡੇ ਬੱਚੇ ਦੀ ਕੋਈ ਕਰਾਮਾਤ ਨਹੀਂ, ਕੋਈ ਏਡੀ ਔਕਾਤ ਨਹੀਂ ਸਾਡੀ ਵੀ ਅਸੀਂ ਮਹਾਰਾਜ ਦੀ ਬਾਣੀ ਕਰੀਏ ਸੱਚੇ ਪਾਤਸ਼ਾਹ ਸ਼ੁੱਧ ਪੜ੍ਹ ਦਿਆਂਗੇ, ਨਹੀਂ। ਪਰ ਯਤਨ ਕਰਨਾ ਚਾਹੀਦਾ ਕਿ ਜਿੰਨਾ ਹੋ ਸਕੇ ਬਾਣੀ ਸ਼ੁੱਧ ਪਵਿੱਤਰ ਤੇ ਵਿਸ਼ਰਾਮ ਚ ਲਾ ਕੇ ਪੜ੍ਹੀ। ਕਿਉਂਕਿ ਕਈ ਵਾਰ ਕੀ ਹੁੰਦਾ ਨਾ, ਜਦੋਂ ਅਸੀਂ ਵਿਸ਼ਰਾਮ ਨਹੀਂ ਲਾਉਂਦੇ ਜਾਂ ਕਈ ਵਾਰ ਲਗਾ ਮਾਤਰਾ ਅਸੀਂ ਧਿਆਨ ਨਾਲ ਨਹੀਂ ਪੜ੍ਹਦੇ ਪੂਰੀਆਂ ਤੇ ਅਰਥ ਉੱਥੋਂ ਬਦਲ ਜਾਂਦੇ ਆ, ਗੁਰਬਾਣੀ ਦੇ ਅਰਥ ਬਦਲ ਜਾਂਦੇ ਆ। ਗੁਰਬਾਣੀ ਬਹੁਤ ਵੱਡਾ ਵਿਆਕਰਨ ਹੈ, ਇਸ ਕਰਕੇ ਯਤਨ ਕਰਨਾ ਚਾਹੀਦਾ। ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਜਿਹੜੇ ਬਾਣੀ ਪੜ੍ਹਦੇ ਆ, ਜਿਹੜੇ ਨਹੀਂ ਪੜ੍ਹਦੇ ਉਹ ਪੜ੍ਹਨੀ ਸ਼ੁਰੂ ਕਰਿਓ, ਤੇ ਜਿਹੜੇ ਪੜ੍ਹਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਸੰਥਿਆ ਕਰਕੇ ਬਾਣੀ ਪੜ੍ਹਨ ਦਾ ਯਤਨ ਕਰਿਓ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਹੋੜ ਉੱਠ ਕੇ ਤੁਹਾਡੇ ਤੇ ਕਿਰਪਾ ਕਰਨ। ਲੋ ਮੈਂ ਬੇਨਤੀ ਕਰ ਰਿਹਾ ਸਾਂ, ਇੱਕ ਨਾ ਬੇਨਤੀ ਵਿੱਚ ਕਰਕੇ ਤੇ ਫਿਰ ਅਗਲੀ ਕਵਿਤਾ ਪ੍ਰਸੰਗ ਦੀ ਜਿਹੜੀ ਆਖਰੀ ਉਹ ਹੋਣੀ ਹੈ। ਅੱਜ ਦਾ ਜਿਹੜਾ ਦਿਨ ਹੈ ਇਹ ਇਤਿਹਾਸਕ ਦਿਨ ਹੈ, ਇਹਦਾ ਛੋਟਾ ਜਿਹਾ ਇਤਿਹਾਸ ਮੈਂ ਤੁਹਾਡੇ ਸਾਹਮਣੇ ਕਹਿਣਾ। ਅੱਜ 12 ਅਗਸਤ ਹੈ ਤੇ 12 ਅਗਸਤ ਜਿਹੜੀ ਤਰੀਕ ਹੈ, ਇਹਦਾ ਇਤਿਹਾਸ ਜੁੜਿਆ ਹੋਇਆ ਲਾਹੌਰ ਦੇ ਲਾਗੇ ਇੱਕ ਪਿੰਡ ਦੇ ਨਾਲ। ਲਾਹੌਰ ਦੇ ਲਾਗੇ 2.5 ਕਿਲੋਮੀਟਰ ਤੇ ਇੱਕ ਪਿੰਡ ਪੈਂਦਾ, ਪਿੰਡ ਦਾ ਨਾਮ ਹੈ ਮੁਜੰਗ। ਮੁਜੰਗ ਪਿੰਡ ਦੇ ਅੰਦਰ ਕਦੇ 6ਵੇਂ ਪਾਤਸ਼ਾਹ ਮਹਾਰਾਜ ਜੀ ਸਿੱਖੀ ਦਾ ਪ੍ਰਚਾਰ ਕਰਦੇ ਗਏ ਸੀ ਫੇਰਾ ਪਾਉਣ ਮੁਜੰਗ ਪਿੰਡ ਦੇ ਅੰਦਰ। 6ਵੇਂ ਪਾਤਸ਼ਾਹ ਨੇ ਮੁਜੰਗ ਪਿੰਡ ਦੇ ਅੰਦਰ ਫੇਰਾ ਪਾਇਆ, ਉੱਥੇ ਮਹਾਰਾਜ ਦੇ ਚਰਨ ਪਏ ਤੇ ਸੰਗਤਾਂ ਨੇ ਬਾਅਦ ਵਿੱਚ ਗੁਰਦੁਆਰਾ ਸਾਹਿਬ ਬਣਵਾਇਆ 6ਵੇਂ ਪਾਤਸ਼ਾਹ ਮਹਾਰਾਜ ਨੇ। ਫਿਰ ਸਮਾਂ ਆ ਗਿਆ 1947, ਆ ਜਿਹੜਾ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਉਣਾ ਹੈ ਨਾ, ਇਹ ਦੇਸ਼ ਦੇ ਵਾਸੀਆਂ ਨੇ, ਉਹ ਦਿਨ ਆਉਣ ਤੋਂ ਪਹਿਲਾਂ ਵਿਚਾਰਾਂ ਸ਼ੁਰੂ ਹੋ ਗਈਆਂ ਭਈ ਆਜ਼ਾਦੀ ਮਿਲਣੀ ਹੈ, ਦੇਸ਼ ਵੰਡ ਹੋਣਾ ਹੈ, 2 ਟੁਕੜਿਆਂ ਵਿੱਚ ਹੋਣਾ ਹੈ, ਤੇ ਹਿੰਦੂ ਮੁਸਲਮਾਨ ਦੰਗੇ ਭੜਕਾਏ ਗਏ। ਉਸ ਵਕਤ ਜਦੋਂ ਦੰਗੇ ਭੜਕਾਏ ਗਏ ਤੇ ਜਿਹੜਾ 6ਵੇਂ ਪਾਤਸ਼ਾਹ ਦਾ ਗੁਰਦੁਆਰਾ ਮੁਜੰਗ ਪਿੰਡ ਦੇ ਵਿੱਚ ਬਣਿਆ ਹੋਇਆ ਸੀ ਨਾ, ਉੱਥੇ ਦੇ ਮੁਸਲਮਾਨ ਲੋਕਾਂ ਨੇ ਉਸ ਗੁਰਦੁਆਰੇ ਤੇ ਹਮਲਾ ਕਰ ਦਿੱਤਾ। ਇਕੱਠੇ ਹੋ ਕੇ ਵੱਡੀ ਗਿਣਤੀ ਸੀ ਧਾ ਕੇ ਪੈ ਗਏ ਤੇ ਜਿਹੜੇ ਸਿੱਖ ਸਤਿਗੁਰੂ ਮਹਾਰਾਜ ਦੇ ਚਰਨਾਂ ਨੂੰ ਪਿਆਰ ਕਰਨ ਵਾਲੇ ਸੀ ਨਾ, 6ਵੇਂ ਪਾਤਸ਼ਾਹ ਮਹਾਰਾਜ ਦੇ ਸਿੱਖ, ਉਹਨਾਂ ਨੇ ਆਪਣੇ ਗੁਰਧਾਮ ਦੀ ਬੇਅਦਬੀ ਰੋਕਣ ਦੇ ਲਈ, ਗੁਰਧਾਮ ਦੀ ਮਾਣ ਮਰਿਆਦਾ ਕਾਇਮ ਰੱਖਣ ਦੇ ਲਈ ਅੱਗੇ ਹੋ ਕੇ ਸ਼ਹਾਦਤਾਂ ਦਿੱਤੀਆਂ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ ਅੱਜ ਦਾ ਇਤਿਹਾਸ ਹੈ 12 ਅਗਸਤ ਦਾ। ਬਾਅਦ ਵਿੱਚ 15 ਅਗਸਤ ਨੂੰ ਤੇ ਬਹੁਤ ਕੁਝ ਹੋਇਆ, ਫਿਰ ਤਾਂ ਕਹਿੰਦੇ ਆਜ਼ਾਦੀ ਮਿਲ ਗਈ, ਪਰ ਸਾਧ ਸੰਗਤ ਜਿੱਡਾ ਉਜਾੜਾ ਸਾਡੇ ਪੰਜਾਬ ਦਾ ਹੋਇਆ, ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਕਰਨ ਕਦੇ ਇਹੋ ਜਿਹਾ ਦੌਰ ਮੁੜ ਕੇ ਨਾ ਜੋ ਉਸ ਵਕਤ ਵਾਪਰਿਆ। ਇਹ ਆਜ਼ਾਦੀ ਨਹੀਂ, ਇਹਦੇ ਪਿੱਛੇ ਤੇ ਬਹੁਤ ਵੱਡਾ ਸਾਡਾ ਨੁਕਸਾਨ, ਬਹੁਤ ਵੱਡਾ ਸਾਡਾ ਜਿਹੜਾ ਇੱਥੇ ਲੋਕਾਂ ਦਾ ਘਾਣ, ਸਾਡੇ ਸੱਭਿਆਚਾਰ ਦਾ ਘਾਣ, ਸਾਡੇ ਇੱਥੋਂ ਦੀਆਂ ਲਾਇਬ੍ਰੇਰੀਆਂ ਦਾ ਘਾਣ, ਜਿੰਨਾ ਵੀ ਕੁਝ ਕਹਿ ਲਈਏ ਉਹ ਸਾਰੇ ਸਾਡੇ ਦੇਸ਼ ਨੂੰ ਬਹੁਤ ਸਿਰ ਧਕੇਲ ਕੇ ਸਿਰ ਦਿੱਤਾ ਇਹ ਆਜ਼ਾਦੀ ਦੇ ਨਾਮ ਹੇਠਾਂ। 1947 ਦੇ ਵਿੱਚ ਇਹਨਾਂ ਸਿੰਘਾਂ ਨੇ ਮੁਜੰਗ ਪਿੰਡ ਦੇ ਅੰਦਰ ਸ਼ਹਾਦਤ ਦਿੱਤੀਆਂ 6ਵੇਂ ਪਾਤਸ਼ਾਹ ਮਹਾਰਾਜ ਦੇ ਗੁਰਧਾਮ ਦੀ ਮਾਣ ਮਰਿਆਦਾ ਕਾਇਮ ਰੱਖਣ। ਇਹ ਅੱਜ ਦਾ ਇਤਿਹਾਸ ਹੈ। ਮੇਰੇ ਮਨ ਦੀ ਆਸ ਸੀ ਕਿ ਮੈਂ ਤੁਹਾਨੂੰ ਇਹ ਜ਼ਰੂਰ ਦੱਸਾਂ, ਸਾਡੀ ਜਾਣਕਾਰੀ ਵਿੱਚ ਵਾਧਾ ਹੋ ਜਾਂਦਾ ਹੈ। ਲਓ ਜੀ, 6ਵੇਂ ਪਾਤਸ਼ਾਹ ਮਹਾਰਾਜ ਜੀ ਬੈਠੇ, ਭਾਈ ਗੋਪਾਲਾ ਜੀ ਬਾਣੀ ਪੜ੍ਹ ਰਹੇ ਨੇ। ਜਦੋਂ ਬਾਣੀ ਅੱਧ ਤੋਂ ਵੱਧ ਉਹਨਾਂ ਪੜ੍ਹੀ
ਵਿਸ਼ਰਾਮ ਦੇ ਕੇ ਲਗਾ ਮਾਤਰਾ ਲਾ ਕੇ ਪਵਿੱਤਰ ਬਾਣੀ ਮਿਠਾਸ ਨਾਲ ਸਾਰੀ ਸੰਗਤ ਨੇਤਰ ਬੰਦ ਕਰਕੇ ਸਮਾਧੀਆਂ ਲਾ ਕੇ ਬੈਠੀ ਹੈ। ਕੋਈ ਜੀ ਉੱਥੇ ਹਿੱਲ ਨਹੀਂ ਗਿਆ, ਸਾਰੇ ਪਿਆਰ ਨਾਲ ਬੈਠੇ ਆ, ਕੋਈ ਕਿਸੇ ਤਰ੍ਹਾਂ ਦੀ ਆਵਾਜ਼ ਨਹੀਂ ਆ ਰਹੀ। ਛੇਵੇਂ ਪਾਤਸ਼ਾਹ ਮਹਾਰਾਜ ਦੇ ਬਾਰੇ ਇਤਿਹਾਸ ਲਿਖਦਾ ਹੈ ਕਿ ਜਿਵੇਂ ਜਿਵੇਂ ਭਾਈ ਗੋਪਾਲਾ ਬਾਣੀ ਪੜ੍ਹਦਾ ਜਾ ਰਿਹਾ ਹੈ, ਤਿਵੇਂ ਤਿਵੇਂ ਛੇਵੇਂ ਪਾਤਸ਼ਾਹ ਮਹਾਰਾਜ ਆਪਣੇ ਸਿੰਘਾਸਣ ਤੋਂ ਖਿਸਕਦੇ ਜਾ ਰਹੇ ਹਨ। ਤੇ ਮਹਾਰਾਜ ਨੇ ਜਦੋਂ ਵੇਖਿਆ ਨਾ ਬਾਣੀ ਸਮਾਪਤੀ ਤੇ ਆ ਗਈ, ਤੇ ਸੱਚੇ ਪਾਤਸ਼ਾਹ ਨੇ ਆਪਣੇ ਕੋਲ ਖੜੇ ਸਿੱਖ ਨੂੰ ਕਿਹਾ, ਭਾਈ ਸਿੱਖਾ, ਇੱਕ ਨਾਰੀਅਲ 5 ਪੈਸੇ ਲੈ ਕੇ ਆ ਹੁਣੇ ਸਾਡੇ ਕੋਲ। ਲਓ ਜੀ, ਉਹ ਸਿੱਖ ਤੁਰ ਪਿਆ। ਇਹ ਮਨ ਦੀ ਭਾਵਨਾ ਪਤਾ ਕੀ ਸੀ? ਛੇਵੇਂ ਪਾਤਸ਼ਾਹ ਮਹਾਰਾਜ ਜੀ ਵੇਖ ਰਿਹਾ ਕਿ ਸਿੱਖ ਸਾਡਾ ਬਾਣੀ ਬੜੇ ਪਿਆਰ ਨਾਲ ਪੜ੍ਹ ਰਿਹਾ, ਤੇ ਮਹਾਰਾਜ ਦੇ ਮਨ ਵਿੱਚ ਆਇਆ ਕਿ ਸਿੱਖ ਬਾਣੀ ਪੜ੍ਹ ਕੇ ਸੁਣਾ ਰਿਹਾ ਹੈ, ਤੇ ਹੁਣ ਇਹ ਸਿੱਖ ਨੂੰ ਕੀ ਦਈਏ, ਇਹਨੂੰ ਕਿਹੜੀ ਦਾਤ ਦੇ ਕੇ ਨਵਾਜੀਏ। ਮਨ ਵਿੱਚ ਆਉਂਦਾ ਵੀ ਇਹਨੂੰ ਚੰਗੀ ਮਾਇਆ ਦੇ ਦਈਏ, ਚੰਗੀਆਂ ਸੁਣ ਦੀਆਂ ਮੋਹਰਾਂ। ਤੇ ਫਿਰ ਦੂਜੇ ਪਾਸੇ ਮਨ ਵਿੱਚ ਆਉਂਦਾ ਵੀ ਗੁਰਬਾਣੀ ਦੇ ਮੁਕਾਬਲੇ ਮੋਹਰਾਂ ਭਲਾ ਕੀ ਨੇ ਸੋਨੇ ਦੀਆਂ। ਫਿਰ ਮਨ ਵਿੱਚ ਆਉਂਦਾ ਵੀ ਸਿੱਖ ਨੂੰ ਹੀਰੇ ਜਵਾਹਰਾਤ ਦਈਏ ਥਾਲ ਭਰ ਕੇ। ਤੇ ਫਿਰ ਦੂਜੇ ਪਾਸੇ ਮਨ ਵਿੱਚ ਆਉਂਦਾ ਵੀ ਗੁਰਬਾਣੀ ਦੇ ਮੁਕਾਬਲੇ ਹੀਰੇ ਜਵਾਹਰਾਤ ਭਲਾ ਕੀ ਕੀਮਤ ਰੱਖਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ, ਨਾਮ ਕੁਲ ਕਾਸ਼ਾ ਨਾ ਹੋਏ, ਨਾਨਕ ਨਾਮ ਗੁਰਮੁਖ ਪਾਵੈ ਜਨ ਕੁਲ। ਨਾਮ ਦੇ ਤੁਲ, ਗੁਰਬਾਣੀ ਦੇ ਤੁਲ ਕਿਸੇ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੋ ਸਕਦੀ। ਗੁਰਬਾਣੀ ਦੇ ਮੁਕਾਬਲੇ ਸਭ ਕੁਝ ਕੁਛ ਹੈ, ਬਹੁਤ ਘੱਟ ਹੈ। ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਸੋਚੀ ਜਾ ਰਹੇ ਆਪਣੇ ਸਿੱਖ ਨੂੰ ਕੀ ਦਈਏ, ਆਪਣੇ ਸਿੱਖ ਨੂੰ ਕੀ ਦਈਏ। ਤੇ ਅਖੀਰ ਤੇ ਮਹਾਰਾਜ ਨੇ ਫੈਸਲਾ ਕੀਤਾ। ਸੱਜੇ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਕਿਹਾ, ਜਾ ਭਾਈ ਇੱਕ ਨਾਰੀਅਲ ਦੇ 5 ਪੈਸੇ ਲੈ ਕੇ ਆ। ਮਨ ਦੀ ਕੀ ਭਾਵਨਾ ਸੀ ਸੁਣਿਓ ਧਿਆਨ ਦੇ ਨਾਲ। ਸੱਜੇ ਪਾਤਸ਼ਾਹ ਮਹਾਰਾਜ ਤੋਂ ਸਿੱਖ ਗਿਆ। ਇਧਰੋਂ ਭਾਈ ਗੋਪਾਲਾ ਬਾਣੀ ਪੜਦਾ ਪੜਦਾ ਅਖੀਰਲੀ 38ਵੀਂ ਪੌੜੀ ਤੇ ਪਹੁੰਚ ਗਿਆ। ਉਹ ਪੜਦਾ, ਜਦ ਪਹਾਰਾ ਧੀਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਜਦੋਂ ਇਹ 38ਵੀਂ ਪੌੜੀ ਪੜ ਰਿਹਾ ਨਾ, ਇਹ ਟਿਕਿਆ ਹੋਇਆ ਮਨ ਸੀ, ਤੇ ਟਿਕਿਆ ਹੋਏ ਮਨ ਦੇ ਵਿੱਚ ਥੋੜੀ ਹਲਚਲ ਆ ਗਈ। ਤੇ ਸੱਸ ਨੇ ਜਦੋਂ ਮਨ ਵਿੱਚ ਹਲਚਲ ਆ ਜਾਏ ਫਿਰ ਗੱਲ ਨਹੀਂ ਬਣਦੀ। ਧਿਆਨ ਨਾਲ ਸੁਣਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਨਾ, ਜੇ ਮਨ ਨੂੰ ਟਿਕਾਉਣਾ ਹੋਵੇ ਪਤਾ ਕੀ ਕਰਨਾ ਚਾਹੀਦਾ ਹੈ? ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ। ਗੁਰਬਾਣੀ ਪੜਦਾ ਬੋਲ ਕੇ ਪੜੇ, ਮੁਖ ਵਿੱਚੋਂ ਬਾਣੀ ਦਾ ਉਚਾਰਨ ਕਰੇ। ਧੁਨ ਮਹਿ ਧਿਆਨ, ਉਹ ਜਿਹੜੇ ਆਪਣੇ ਮੁਖ ਵਿੱਚੋਂ ਧੁਨੀ ਕਰ ਰਿਹਾ, ਗੁਰਬਾਣੀ ਪੜ ਰਿਹਾ, ਉਹਦੇ ਵਿੱਚ ਆਪਣੇ ਕੰਨਾਂ ਦਾ ਧਿਆਨ ਜਾਵੇ, ਆਪਣੇ ਕੰਨਾਂ ਆਪਣੇ ਸਰਵਣਾ ਨਾਲ ਆਪ ਸੁਣੇ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ। ਜਦੋਂ ਉਸੇ ਧਿਆਨ ਦੇ ਵਿੱਚੋਂ ਜਾਏਗਾ ਨਾ, ਆਪਣੇ ਕੰਨਾਂ ਦੇ ਨਾਲ ਮੁਖ ਤੋਂ ਪੜੀ ਹੋਈ ਬਾਣੀ ਸੁਣੇਗਾ, ਫਿਰ ਉਹਦਾ ਕਦੇ ਧਿਆਨ ਨਹੀਂ ਭਟਕੇਗਾ। ਇਹ ਕਦੇ ਵੀ ਕਰਕੇ ਵੇਖੇ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ। ਗੁਰਮੁਖ ਕਥ ਕਹਾਣੀ, ਜਿਹੜੇ ਗੁਰਮੁਖ ਏਦਾਂ ਕਰਦੇ ਨੇ ਨਾ, ਲਿਵ ਲਾਉਂਦੇ ਨੇ, ਉਹਨਾਂ ਦੀ ਕਹਾਣੀ ਕਦੇ ਕਥੀ ਨਹੀਂ ਜਾ ਸਕਦੀ। ਇਹ ਮਨ ਦੀ ਜਿਹੜੀ ਵਾਗ ਡੋਰ ਹੈ ਨਾ, ਇਹ ਕਿਸੇ ਵਿਰਲੇ ਨੇ ਵਸ ਵਿੱਚ ਕੀਤੀ ਹੈ। ਨਹੀਂ ਤੇ ਬਾਦੀਆਂ ਲਗਾਮਾਂ ਤੇ ਝੱਟ ਛੁੱਟ ਜਾਣੀਆਂ ਤੇ ਝੱਟ ਭੱਜ ਜਾਣਾ। ਇਹ ਬੇਕਾਬੂ ਹੋ ਜਾਂਦਾ ਮਨ। ਘੋੜਾ ਜਿਹੜਾ ਹੈ ਨਾ, ਬੜੀ ਜਲਦੀ ਬੇਕਾਬੂ ਹੁੰਦਾ ਹੈ। ਤੇ ਜਿਹੜਾ ਮਨ ਨੂੰ ਕਾਬੂ ਕਰ ਲੈ, ਫਿਰ ਜਪਜੀ ਸਾਹਿਬ ਦੀ ਬਾਣੀ ਕਹਿੰਦੀ ਹੈ, ਮਨ ਜੀਤਾ ਹੈ ਜਗ ਜੀਤ। ਜਿਹੜੇ ਮਨ ਜਿੱਤ ਲਿਆ ਉਹਨੇ ਜਗ ਜਿੱਤ ਲਿਆ। ਜਿਹੜੇ ਸਾਧੂ ਪੀਰ ਫਕੀਰ ਮਹਾਂਪੁਰਖ ਹੁੰਦੇ ਆ ਨਾ, ਬਸ ਉਹ ਮਨ ਨੂੰ ਜਿੱਤਦੇ ਆ। ਜਦੋਂ ਮਨ ਵਸ ਵਿੱਚ ਕਰ ਲਿਆ, ਸਮਝ ਲਓ ਸਾਰੀ ਦੁਨੀਆ ਵਸ ਵਿੱਚ ਆ ਗਈ, ਸਾਰਾ ਜਗ ਜਿੱਤ ਲਿਆ। ਹੁਣ ਭਾਈ ਗੋਪਾਲਾ ਆਖਰੀ ਪੌੜੀ ਪੜ੍ਹ ਰਿਹਾ ਤੇ ਮਨ ਵਿੱਚ ਹਲਚਲ ਆ ਗਈ। ਉਹਨੇ ਸੋਚਿਆ ਕਿ ਛੇਵੇਂ ਪਾਤਸ਼ਾਹ ਨੂੰ ਮੈਂ ਬਾਣੀ ਪੜ੍ਹ ਕੇ ਸੁਣਾ ਰਿਹਾ ਬੜੇ ਪਿਆਰ ਦੇ ਨਾਲ, ਤੇ ਜੇ ਮਹਾਰਾਜ ਜੀ ਪ੍ਰਸੰਨ ਹੋ ਗਿਆ, ਮੈਨੂੰ ਕੀ ਦੇਣਗੇ ਗੁਰੂ ਦਰਬਾਰ ਵਿੱਚੋਂ? ਕਿਹੜੀ ਦਾਤ ਦੇ ਕੇ ਨਵਾਜਣਗੇ? ਜੇ ਕਿਤੇ ਮਹਾਰਾਜ ਜੀ ਮੇਰੇ ਤੇ ਕਿਰਪਾ ਕਰਨ, ਜਿਹੜਾ ਘੋੜਾ ਭਾਈ ਸੁਭਾਗਾ ਲੈ ਕੇ ਆਇਆ, ਇਹ ਰਾਗੀ ਘੋੜਾ, ਜਿਹੜਾ 5ਵਾਂ ਘੋੜਾ ਮਹਾਰਾਜ ਨੇ ਤਵੇਲੇ ਵਿੱਚ ਰਖਵਾਇਆ ਹੈ, ਜਿਹਦੇ ਉੱਪਰ ਬੜੀ ਕੀਮਤੀ ਕਾਠੀ ਪਾਈ ਹੈ, ਜੇ ਕਿਤੇ ਉਹ 5ਵਾਂ ਘੋੜਾ ਮਹਾਰਾਜ ਜੀ ਮੈਨੂੰ ਦੇ ਦੇਣਾ ਭੇਡਾਂ ਵਿੱਚ, ਤੇ ਮੇਰੇ ਤੇ ਬਾਰੇ ਨਾਰੇ ਹੋ ਜਾਣ, ਮੇਰੇ ਤੇ ਚੰਗੇ ਭਾਗ ਹੋ ਜਾਣ। ਛੇਵੇਂ ਪਾਤਸ਼ਾਹ ਮਹਾਰਾਜ ਜੀ ਬਾਣੀ ਸਰਵਣ ਕਰ ਰਹੇ, ਤੇ ਜਾਣੀ ਜਾਣ ਸਤਿਗੁਰੂ ਨੂੰ ਪਤਾ ਲੱਗ ਗਿਆ ਕਿ ਸਾਡੇ ਸਿੱਖ ਦਾ ਮਨ ਹੋ ਗਿਆ। ਲਓ ਜੀ, ਹੁਣ ਸ਼ਲੋਕ ਪੜਿਆ, ਪ੍ਰਭੂ ਗੁਰੂ ਪਾਣੀ ਪੀਤਾ, ਮਾਤਾ ਧਰਤ ਮਹਤ, ਦਿਵ ਸਰਾਲ ਦੋਏ ਦਾਈ ਲਾਇਆ, ਖੇਲਾ ਸਗਲ ਜਗਤ, ਚੰਗਿਆਈਆਂ ਬੁਰਾਈਆਂ ਵਾਚਾ ਧਰਮ ਹਜ਼ੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕਹਿੰਦੀ ਸੁਣੀ ਨਾਲ। ਜਦੋਂ ਬਾਣੀ ਦੀ ਸਮਾਪਤੀ ਹੋਈ, ਸਾਰਿਆਂ ਨੇ ਬਾਣੀ ਨੂੰ ਸਿਰ ਝੁਕਾਇਆ, ਸਤ ਕਰਤਾਰ ਕਿਹਾ। ਛੇਵੇਂ ਪਾਤਸ਼ਾਹ ਮਹਾਰਾਜ ਨੇ ਉਸੇ ਸਿੱਖ ਨੂੰ ਦੁਬਾਰਾ ਕਿਹਾ, ਜਾ ਭਾਈ ਹੁਣੇ ਨਾਰੀਅਲ ਦੇ 5 ਪੈਸੇ ਭਰੇ ਰੱਖ ਦੇ,
ਤੇ ਹੁਣ ਤੂੰ ਜਿਹੜਾ ਤਬੇਲੇ ਵਿੱਚ ਘੋੜਾ ਖੜਾ ਨਾ ਰਾਜੀ ਭਾਈ ਸੁਭਾਗੇ ਵਾਲਾ, ਉਹ ਘੋੜੇ ਉੱਤੇ ਕਾਠੀ ਬਾਗੂ ਦੀਆਂ ਵਾਗਾਂ ਫੜ ਕੇ ਦਰਬਾਰ ਵਿੱਚ ਲੈ ਕੇ ਆ। ਲਓ ਜੀ ਸਿੱਖ ਗਿਆ, ਉਹਨੇ ਜਾ ਕੇ ਰਾਖੀ ਘੋੜਾ ਲਿਆਂਦਾ, ਮਹਾਰਾਜ ਦੇ ਸਾਹਮਣੇ ਪੇਸ਼ ਕਰ ਦਿੱਤਾ। ਸੱਚੇ ਪਾਤਸ਼ਾਹ ਜਾਣ ਸਤਿਗੁਰ ਦਾਤਾਰ ਨੇ ਘੋੜੇ ਦੀਆਂ ਵਾਗਾਂ ਭਾਈ ਗੋਪਾਲ ਦੇ ਹੱਥ ਵਿੱਚ ਦੇ ਦਿੱਤੀਆਂ ਤੇ ਮਹਾਰਾਜ ਦੀ ਸਾਰੀ ਸੰਗਤ ਨੂੰ ਮੁਖਾਤਮ ਹੋ ਗਏ ਤੇ ਭਾਈ ਗੋਪਾਲ ਨੂੰ ਮੁਖਾਤਮ ਹੋ ਗਏ। ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਗੋਪਾਲਿਆ, ਅਸੀਂ ਤੇ ਆਪਣੇ ਮਨ ਵਿੱਚ ਵਿਉਂਤ ਬਣਾਈ ਸੀ ਵੀ ਤੈਂ ਬਾਣੀ ਪੜ੍ਹ ਕੇ ਸੁਣਾਈ ਹੈ, ਇਸ ਬਾਣੀ ਦੇ ਮੁਕਾਬਲੇ ਦੁਨੀਆ ਦੀ ਕੋਈ ਵੀ ਚੀਜ਼ ਤੈਨੂੰ ਦਈਏ ਉਹ ਘੱਟ ਹੈ। ਇਸ ਕਰਕੇ ਅਸੀਂ ਆਪਣੀ ਗੁਰਗੱਦੀ ਛੇਵੇਂ ਨਾਨਕ ਤੋਂ ਸੱਤਵਾਂ ਨਾਨਕ ਤੈਨੂੰ ਥਾਪਣ ਲੱਗੇ ਸੀ, ਗੁਰੂ ਨਾਨਕ ਸਾਹਿਬ ਦੀ ਜੋਤ ਤੇਰੇ ਤੇ ਟਿਕਾਉਣ ਲੱਗੇ ਸੀ। ਇਸ ਤੋਂ ਥੱਲੇ ਸਾਨੂੰ ਕੋਈ ਤੈਨੂੰ ਦੇਣ ਵਾਸਤੇ ਭੇਟਾ ਨਹੀਂ ਸੁਣੀ, ਪਰ ਤੇਰੇ ਮਨ ਵਿੱਚ ਆਇਆ ਵੀ ਮਹਾਰਾਜ ਮੈਨੂੰ ਕੀਮਤੀ ਘੋੜਾ ਦੇ ਦੇ ਤੇ ਛੋਟੀ ਭੇਟਾ ਤੇ ਆਪਣਾ ਮੰਜ਼ਿਲ ਜਾ ਲਿਆ। ਆਹ ਲੈ ਤੇਰਾ ਘੋੜਾ ਤੇਰੇ ਹਵਾਲੇ ਹੈ। ਮਹਾਰਾਜ ਨਾਲੇ ਘੋੜੇ ਦੀਆਂ ਵਾਗਾਂ ਭਾਈ ਗੋਪਾਲ ਨੂੰ ਫੜਾ ਰਹੇ ਨੇ ਤੇ ਨਾਲੇ ਸਾਰੀ ਸੰਗਤ ਨੂੰ ਮੁਖਾਤਮ ਹੋ ਕੇ ਗੁਰਬਾਣੀ ਦਾ ਮਹੱਤਵ ਤੇ ਗੁਰਬਾਣੀ ਪੜ੍ਹਨ ਵਾਲੇ ਨੂੰ ਮਹਾਰਾਜ ਜੀ ਆਪਣੇ ਅੰਦਰੋਂ ਕਿੰਨਾ ਪਿਆਰ ਦੇ ਸਕਦੇ ਆ, ਉਹ ਬੇਨਤੀਆਂ ਕਰ ਰਹੇ ਨੇ। ਕੀ ਕਰੇ ਨੇ ਮਹਾਰਾਜ ਜੀ? ਲਓ ਤੁਹਾਡੀਆਂ ਥਾਂ ਲੈਣਾ ਨੂੰ आदिशा तो लकी फुल्ला वाली छड़िए पानी जप जी प्यार नाल पड़िए आदिशा तो लकी फुल्ला वाली छड़िए भटकड़ा छट मन नू निकालिया भटकड़ा छट मन नू निकालिया गुरगद्दी तैनू देनी सी गोपालिया गुरगद्दी तैनू देनी सी गोपालिया
ਬਾਣੀ ਦੀ ਸਮਾਪਤੀ ਤੇ ਤੈਸੀ ਸੋਚਿਆ ਘੋੜਾ ਮੇਰੇ ਭੇਡਾਂ ਵਿੱਚ ਮਨ ਲੋਚਿਆ ਬਾਣੀ ਦੀ ਸਮਾਪਤੀ ਤੇ ਤੈਸੀ ਸੋਚਿਆ ਘੋੜਾ ਮੇਰੇ ਭੇਡਾਂ ਵਿੱਚ ਮਨ ਲੋਚਿਆ ਛੋਟੀ ਹੀ ਭੇਡਾਂ ਤੇ ਮਨ ਲਲਚਾ ਲਿਆ ਛੋਟੀ ਹੀ ਭੇਡਾਂ ਤੇ ਮਨ ਲਲਚਾ ਲਿਆ ਗੁਰਗੱਦੀ ਤੈਨੂੰ ਦੇਣੀ ਸੀ ਗੋਪਾਲਿਆ ਗੁਰਗੱਦੀ ਤੈਨੂੰ ਦੇਣੀ ਸੀ ਗੋਪਾਲਿਆ ਪਾਣੀ ਧੁਰੋ ਅਕਾਲ ਨੇ ਆਪ ਭੇਜੀ ਉੱਲੇ ਭਟਕਿਆ ਨੂੰ ਰਾਹੇ ਪਾਪ ਦੀ ਉਹ ਪਾਣੀ ਦੁੱਧ ਦੇਵੇ ਪਾਣੀ ਪੁੱਤ ਦੇਵੇ ਤੇ ਪਾਣੀ ਠਗਾ ਨੂੰ ਸੱਜਣਾ ਬਣਾ ਦੀਏ ਹੋ ਪਾਣੀ ਨੋੜਿਆ ਰਿਠਿਆ ਨੂੰ ਕਰੇ ਮਿੱਠਾ ਤੇ ਪਾਣੀ ਕਮਾ ਦੀ ਮਾਰੋ ਬਚਾਵੰਦੀ ਏ ਜਿਹੜਾ ਦਿਨ ਮੇਰਾ ਇਸ ਦਾ ਜਾਪ ਕਰਦਾ ਤੇ ਪਾਣੀ ਭਗ ਜਦੋਂ ਪਾਰ ਲੰਘਾਵਦੀ ਏ ਦੁਨੀਆ ਦੀ ਵੱਡੀ ਭੇਡਾ ਝੋਲੀ ਪਾਉਣੀ ਸੀ ਨਾਨਕ ਗੁਰਾਂ ਦੀ ਜੋਤ ਹੀ ਜਗਾਉਣੀ ਸੀ ਦੁਨੀਆ ਦੀ ਵੱਡੀ ਭੇਡਾ ਝੋਲੀ ਪਾਉਣੀ ਸੀ ਨਾਨਕ ਗੁਰਾਂ ਦੀ ਜੋਤ ਹੀ ਜਗਾਉਣੀ ਸੀ ਸੁਖਵਿੰਦਰ ਮੰਡਾਰੀ ਛੰਦ ਲਿਖ ਗਾ ਲਿਆ ਵਿੰਦਰ ਮੰਡਾਰੀ ਛੰਦ ਲਿਖ ਗਾ ਲਿਆ ਗੁਰਗੱਦੀ ਤੈਨੂੰ ਦੇਣੀ ਸੀ ਗੋਪਾਲਿਆ ਗੁਰਗੱਦੀ ਤੈਨੂੰ ਦੇਣੀ ਸੀ ਗੋਪਾਲਿਆ ਗੁਰਗੱਦੀ ਤੈਨੂੰ ਦੇਣੀ ਸੀ ਗੋਪਾਲਿਆ ਦੁਨੀਆ ਦੀ ਵੱਡੀ ਭੇਡਾ ਝੋਲੀ ਪਾਉਣੀ ਸੀ ਨਾਨਕ ਗੁਰਾਂ ਦੀ ਜੋਤ ਹੀ ਟਿਕਾਉਣੀ ਸੀ ਛੇਵੇਂ ਪਾਤਸ਼ਾਹ ਕਹਿਣ ਲੱਗੇ ਭਾਈ ਗੋਪਾਲਾ ਜੀ ਮੈਨੂੰ ਨਹੀਂ ਸੁਝਿਆ ਵੀ ਤੁਹਾਨੂੰ ਮੈਂ ਗੁਰਬਾਣੀ ਪੜ੍ਹਨ ਦੇ ਸਤਿਕਾਰ ਤੇ ਪਿਆਰ ਵਿੱਚ ਕੀ ਦਿਆਂ ਬਦਲੇ ਵਿੱਚ ਤੁਹਾਨੂੰ ਕੀ ਦਿੱਤਾ ਜਾਏ ਸਾਰੀ ਦੁਨੀਆ ਦੀਆਂ ਦੌਲਤਾਂ ਤੇ ਨਿਗਾਹ ਮਾਰ ਕੇ ਵੇਖ ਲਈ ਪਰ ਕੋਈ ਵੀ ਤੁਹਾਡੇ ਸਤਿਕਾਰ ਵਿੱਚ ਦੇਣ ਦੇ ਵਾਸਤੇ ਕੋਈ ਚੀਜ਼ ਮੈਨੂੰ ਕਾਬਲ ਨਹੀਂ ਲੱਗੀ ਫਿਰ ਮੇਰੇ ਮਨ ਵਿੱਚ ਆ ਕੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਰਗੱਦੀ ਦੇ ਵਾਰਸ ਬਣਾ ਦਈਏ ਇਸ ਤੋਂ ਵੱਡੀ ਚੀਜ਼ ਦੁਨੀਆ ਤੇ ਕੋਈ ਨਹੀਂ ਆਪਣੇ ਬੜੇ ਥਾਂ ਤੇ ਛੇਵੇਂ ਪਾਤਸ਼ਾਹ ਤੋਂ ਸੱਤਵਾਂ ਪਾਤਸ਼ਾਹ ਤੁਹਾਨੂੰ ਬਣਾ ਕੇ ਗੁਰਗੱਦੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜੋਤ ਤੁਹਾਡੇ ਵਿੱਚ ਟਿਕਾ ਕੇ ਸਿੱਖਾਂ ਦਾ ਪਾਤਸ਼ਾਹ ਬਣਾਉਣਾ ਸੀ ਲੇਕਿਨ ਤੁਹਾਡੇ ਮਨ ਨੇ ਜਾ ਕੇ ਮੈਨੂੰ ਗੁਰੂ ਸਾਹਿਬ ਰਾਖੀ ਘੋੜਾ ਉੱਪਰ ਸੋਹਣੀ ਕਾਠੀ ਪਾ ਕੇ ਕਰਕੇ ਦੇ ਤੇ ਸਾਡੇ ਮਨ ਨੇ ਤੇਰੀ ਮਨ ਦੀ ਬੁੱਝ ਲਈ ਤੇ ਅਸੀਂ ਤੇਰੇ ਵਾਸਤੇ ਆ ਘੋੜਾ ਤਵੇਲੇ ਵਿੱਚੋਂ ਮੰਗਵਾਇਆ ਹੈ ਲੈ ਸਜਣਾ ਜੋ ਤਾਂ ਗੁਰੂ ਘਰੋਂ ਮੰਗਿਆ ਹੈ ਤੇਰੀ ਭੇਡਾ ਤੇਰੀ ਦਾਤ ਤੇਰੇ ਸਾਹਮਣੇ ਹਾਜ਼ਰ ਹੈ ਆ ਫੜ ਘੋੜੇ ਦੀਆਂ ਲਗਾਮਾਂ ਤੇ ਆਪਣੇ ਘਰ ਨੂੰ ਲੈ ਜਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੀ ਕਿੱਡੀ ਕਰਾਮਾਤ ਹੈ ਜਿਹੜਾ ਬੰਦਾ ਬਾਣੀ ਪੜ੍ਹਦਾ ਹੈ ਪਿਆਰ ਦੇ ਨਾਲ ਬਾਣੀ ਪੜ੍ਹਦਾ ਹੈ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਾਣੀ ਪੜ੍ਹਦਾ ਹੈ ਉਸ ਦੀ ਬਾਹ ਕਦੇ ਗੁਰੂ ਛੱਡਦਾ ਨਹੀਂ ਸਿਰਫ ਭਾਵਨਾ ਔਰ ਪਿਆਰ ਸ਼ਰਧਾ ਆਪਣੇ ਗੁਰੂ ਤੇ ਹੋਣੀ ਚਾਹੀਦੀ ਹੈ ਸ਼ਰਧਾ ਰੱਖ ਕੇ ਜਪਜੀ ਸਾਹਿਬ ਪੜ੍ਹਦਾ ਰਹਿੰਦਾ ਨਾ ਗੁਰੂ ਨਾਨਕ ਸਾਹਿਬ ਸੱਚ ਜਾਣੋ ਦੇ ਅੰਗ ਸੰਗ ਰਹਿੰਦਾ ਕਦੇ ਉਹ ਤੋਂ ਦੂਰ ਨਹੀਂ ਹੁੰਦਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਹੁਤ ਵੱਡੀ ਵਡਿਆਈ ਹੈ ਜਿਹੜਾ ਇਸ ਦਰਬਾਰ ਵਿੱਚ ਆਣ ਕੇ ਮਹਾਰਾਜ ਦੇ ਚਰਨਾਂ ਨਾਲ ਜੁੜਦਾ ਹੈ ਉਹਦੇ ਸਾਰੇ ਕਾਜ ਰਾਸ ਹੋ ਜਾਂਦੇ ਨੇ ਬਸ ਸ਼ਰਧਾ ਔਰ ਭਾਵਨਾ ਜਿਹੜੀ ਹੈ
ਉਹ ਮਹਾਰਾਜ ਦੇ ਦਰ ਤੇ ਰੱਖਣੀ ਚਾਹੀਦੀ ਹੈ। ਜਿਹੜੀ ਉੱਥੇ ਮਹਾਰਾਜ ਨੇ ਮਸਜਿਦ ਬਣਵਾਈ ਸੀ ਨਾ, ਹੈਰਾਨੀ ਦੀ ਗੱਲ ਇਹ ਹੈ ਵੀ ਉਸ ਮਸਜਿਦ ਦਾ ਉਦੋਂ ਤੋਂ ਲੈ ਕੇ ਅੱਜ ਤੱਕ ਉਹਦਾ ਰੰਗ ਰੋਗਨ ਤੇ ਜਾਂ ਉਹਦੀ ਮੁਰੰਮਤ ਕਰਵਾਉਣੀ ਹੋਵੇ ਨਾ, ਉਹ ਮੁਸਲਮਾਨ ਨਹੀਂ ਕਰਵਾਉਂਦੇ, ਉਹ ਗੁਰੂ ਕੇ ਸਿੱਖ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਮਹਾਨ ਸਿੱਖ ਗੁਰਸਿੱਖ ਆਪਣੇ ਕੋਲੋਂ ਪੈਸੇ ਦੇ ਕੇ ਉਹ ਮਸਜਿਦ ਦੀ ਮੁਰੰਮਤ ਅੱਜ ਵੀ ਕਰਵਾਉਂਦੇ ਨੇ। ਅੱਜ ਨੂੰ ਰੰਗ ਰੋਗਨ ਕਰਵਾਉਣਾ ਹੋਵੇ ਤੇ ਆਪਣੇ ਕੋਲੋਂ ਖਰਚਾ ਕਰਦੇ ਨੇ। ਉਹਨੂੰ ਗੁਰੂ ਕੀ ਮਸਜਿਦ ਕਿਹਾ ਜਾਂਦਾ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਵੀ ਹੈ। ਜਦੋਂ ਕਿਤੇ ਸਮਾਂ ਮਿਲਿਆ ਉੱਥੇ ਜਾ ਕੇ ਦਰਸ਼ਨਦਾਰ ਕਰਿਓ। ਸ਼੍ਰੀ ਹਰਗੋਬਿੰਦਪੁਰੇ ਦੀ ਪਾਵਨ ਧਰਤੀ, ਛੇਵੇਂ ਪਾਤਸ਼ਾਹ ਨੇ ਉੱਥੇ ਕੌਤਕ ਵਰਤਾਏ। ਬੜਾ ਚਿਰ ਮਹਾਰਾਜ ਜੀ ਉੱਥੇ ਰਹੇ। ਇਹ ਬਿਆਸ ਦਰਿਆ ਦੇ ਬਿਲਕੁਲ ਪਾਲੇ ਪਰਲੇ ਕੰਢੇ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਇਹ ਨਗਰ ਪੈਂਦਾ। ਬੜਾ ਇਤਿਹਾਸਕ ਨਗਰ ਹੈ। ਇੱਥੇ ਮਹਾਰਾਜ ਦੀ ਜਿਹੜੀ ਜੰਗ ਹੋਈ ਤੇ 4 ਦਿਨ ਜੰਗ ਚੱਲੀ ਸੀ। ਇੱਥੇ ਸੱਚੇ ਪਾਤਸ਼ਾਹ ਮਹਾਰਾਜ ਦੇ ਮਹਾਨ ਸਿੱਖਾਂ ਦਾ ਸੰਸਕਾਰ ਵੀ ਹੋਇਆ। ਇਤਨੀਆਂ ਜਿਹੜੀਆਂ ਸੇਵਾਵਾਂ ਸਨ ਤੁਹਾਡੀਆਂ ਕਰਨੀਆਂ ਸਨ, ਸਮਾਂ ਮੇਰਾ ਉਹ ਸਮਾਪਤ ਹੋ ਚੁੱਕਿਆ ਹੈ। ਪੌਣੇ 1 ਵਜੇ ਤੱਕ ਮੈਨੂੰ ਹੁਕਮ ਹੋਇਆ ਸੀ ਤੇ ਪੌਣੇ 1 ਹੋ ਚੁੱਕੇ ਨੇ। ਹੁਣ ਮੈਂ ਤੁਹਾਡੇ ਕੋਲੋਂ ਛੁੱਟੀਆਂ ਲੈਣੀਆਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਅੰਦਰ ਇਤਿਹਾਸ ਸੁਣਾਉਂਦੇ ਇੱਕ ਨਹੀਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ, ਗਲਤੀਆਂ ਹੋਈਆਂ ਹੋਣਗੀਆਂ, ਅਸੀਂ ਅਣਜਾਣ ਹਾਂ। ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ ਲੈਣ, ਗੁਰੂ ਕੀ ਸੰਗਤ ਬਖਸ਼ ਲਵੇ। ਗੁਰੂ ਕੀ ਸੰਗਤ ਵਿੱਚ ਰੱਬ ਵਸਦਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਕੋਟਾਨ ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਮਹਾਨ ਸਮੇਂ ਬਖਸ਼ਿਸ਼ ਕਰਦੇ ਨੇ ਔਰ ਆਪਣੇ ਦਰਬਾਰ ਦੀਆਂ ਹਾਜ਼ਰੀਆਂ ਆਪੇ ਭਰਾਉਂਦੇ ਨੇ। ਇਸੇ ਤਰ੍ਹਾਂ ਮਹਾਰਾਜ ਜੀ ਕਿਰਪਾ ਰੱਖਣ। ਸਾਰੀ ਸੰਗਤ ਜਿਨ੍ਹਾਂ ਨੇ ਇਤਿਹਾਸ ਦਾ ਮਾਣ ਕਰਨਾ, ਜਿੱਥੇ ਨੂੰ ਮਾਇਆ ਭੇਜੀ, ਸਾਰੀ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਕਰਦੇ ਹਾਂ। ਗੁਰੂ ਕੇ ਵਜ਼ੀਰ ਸਤਿਕਾਰਯੋਗ ਭਾਈ ਬਲਰਾਜ ਸਿੰਘ ਜੀ ਨੇ ਬਾਣੀ ਪੜ੍ਹ ਕੇ ਤੁਹਾਨੂੰ ਸਰਵਣ ਕਰਵਾਈ, ਉਹਨਾਂ ਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਧੰਨਵਾਦ ਔਰ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ। ਸਾਰੀ ਸੰਗਤ ਦੇ ਸਰਦਾਰ ਮਨਜੀਤ ਸਿੰਘ ਰੱਖੜ ਸਾਹਿਬ, ਉਹਨਾਂ ਦੇ ਧਰਮ ਸੁਪਤਨੀ ਬੀਬੀ ਤਲਜਿੰਦਰ ਕੌਰ ਜੀ ਰੱਖੜ, ਉਹ ਸਾਰੇ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਜਾਪ ਕਰਵਾ ਕੇ ਸੁਖਮਨੀ ਸਾਹਿਬ ਦੇ ਤੇ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਦੇ ਵਾਸਤੇ ਅਰਦਾਸ ਬੇਨਤੀ ਕਰਵਾਉਣੀ ਤੇ ਮਹਾਰਾਜ ਦੇ ਚਰਨਾਂ ਵਿੱਚ ਮੈਂ ਆਪਣੇ ਜੱਥੇ ਵੱਲੋਂ ਅਰਦਾਸ ਕਰਦਾ, ਮਹਾਰਾਜ ਉਸ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਸੱਚੇ ਪਾਤਸ਼ਾਹ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣ। ਇਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੁਣਨ ਵਾਲੇ ਵੀਰ ਦਾ, ਇਹ ਸਤਿਕਾਰਯੋਗ ਵੀਡੀਓ ਵਾਲੇ ਵੀਰ, ਸਾਰਿਆਂ ਦਾ ਧੰਨਵਾਦ। ਗੁਰੂ ਘਰ ਦੀ ਬਖਸ਼ਿਸ਼ ਮਿਲੀ ਹੈ। ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅੱਜ ਗਾਣਾ ਬਹੁਤ ਖਰਾਬ ਸੀ ਕੱਲ ਦਾ। ਮਹਾਰਾਜ ਦੇ ਚਰਨਾਂ ਵਿੱਚ ਜਿਹੜਾ ਬੰਦਾ ਅਰਦਾਸ ਕਰਦਾ, ਸੱਚੇ ਪਾਤਸ਼ਾਹ ਸੁਣ ਲੈਂਦਾ ਹੈ ਭਾਵਨਾ ਦੇ ਨਾਲ। ਤੁਹਾਡੀਆਂ ਅਸੀਸਾਂ, ਤੁਹਾਡੀ ਕਿਰਪਾ ਰਹਿਮਤ ਹੋ ਜਾਏ, ਇਸ ਕਰਕੇ ਮਹਾਰਾਜ ਨੇ ਹਾਜ਼ਰੀ ਲਵਾ ਲਈ ਹੈ। ਸੱਚੇ ਪਾਤਸ਼ਾਹ ਆਪੇ ਬੁਲਾਉਣ ਵਾਲਾ ਮਹਾਰਾਜ ਜੀ ਬੁਲਾਉਂਦਾ ਰਹੇ, ਆਪਣੀ ਸਿਫਤੋ ਸਲਾਹ ਕਰਾਉਂਦਾ ਰਹੇ। ਸਾਡੇ ਵਿੱਚ ਕੋਈ ਤਾਕਤ ਨਹੀਂ, ਅਸੀਂ ਮਹਾਰਾਜ ਦੇ ਗੁਣ ਗਾਈਏ। ਇਧਰਲੇ ਪਾਸੇ ਢਾਡੀ ਜਰਨੈਲ ਸਿੰਘ ਜੋਬਨ, ਇਧਰਲੇ ਪਾਸੇ ਢਾਡੀ ਗੁਰਜੀਤ ਸਿੰਘ ਮੰਡਾਲੀ ਸੁਣਦਾ ਵੀ, ਸਰਬਜੀਤ ਮਾਨ ਸਰਬਜੀਤ ਸਿੰਘ ਸਰਬ ਨੰਗਲ ਖੁਦਮਾਦਪੁਰ ਦਾਸ ਤੁਹਾਡੇ ਚਰਨਾਂ ਵਿੱਚ ਧੂੜ ਸੁਖਵਿੰਦਰ ਸਿੰਘ ਮੰਡਾਲੀ, ਪਿੰਡ ਦੇ ਡਾਕਖਾਨਾ ਮੰਡਾਲੀ, ਤਹਿਸੀਲ ਬੰਗਾ, ਜ਼ਿਲ੍ਹਾ ਸ਼੍ਰੀ ਭਗਤ ਸਿੰਘ ਨਗਰ। ਉਹਨਾਂ ਭੁੱਲਾਂ ਦੀ ਖਿਮਾ ਸਤਿਕਾਰਯੋਗ ਸਰਦਾਰ ਜੋਗਾ ਸਿੰਘ ਜੀ ਕਲਾਮ, ਜਿਨ੍ਹਾਂ ਦੇ ਘਰ ਵਿੱਚ ਜਾ ਕੇ ਤਕਰੀਬਨ 2.5-3 ਸਾਲ ਪਹਿਲਾਂ ਅਸੀਂ ਹਾਜ਼ਰੀ ਭਰ ਕੇ ਗਏ ਸੀ। ਉਹਨਾਂ ਫਿਰ ਯਾਦ ਕਰਕੇ ਤੁਹਾਡੇ ਦਰਸ਼ਨ ਤੇ ਇੰਤਜ਼ਾਰ ਕਰਵਾਏ ਨੇ, ਮਾਨ ਸਨਮਾਨ ਭੇਜਿਆ। ਉਹਨਾਂ ਦਾ ਵੀ ਧੰਨਵਾਦ। ਸਾਰੀ ਸੰਗਤ ਦਾ ਧੰਨਵਾਦ। ਸਾਰੀ ਸੰਗਤ ਅਸੀਸ ਬਖਸ਼ਿਸ਼ ਕਰੋ, ਸਮੁੱਚਾ ਅਰਦਾਸਾਂ ਕਰੋ। ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸੁਖਪਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ